ਤੁਸੀਂ ਵੇਖ ਰਹੇ ਹੋ ਜਸ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਰੋਜ਼ਾਨਾ ਆਉਂਦੇ ਆ ਇਸ ਮੰਚ ਦੇ ਉੱਤੇ ਔਰ ਕੋਈ ਨਾ ਕੋਈ ਅਹਿਮ ਮਸਲਾ ਅਸੀਂ ਲੈ ਕੇ ਆਉਂਦੇ ਹਾਂ, ਲੇਕਿਨ ਸਭ ਤੋਂ ਅਹਿਮ ਮਸਲਾ ਜਿਹੜਾ ਕਿ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਹੈ ਔਰ ਜਿਹਨੇ ਕਾਫੀ ਸਾਰਾ ਬਵਾਲ ਜਿਹੜਾ ਹੈਗਾ ਉਹ ਭਾਰਤ ਦੀ ਧਰਤੀ ਦੇ ਉੱਤੇ ਮਚਾਇਆ ਹੈ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਕੱਲ੍ਹ ਨਿਊਯਾਰਕ ਪਹੁੰਚੇ ਸੀਗੇ। ਬਕਾਇਦਾ ਸਾਡੀ ਟੀਮ ਉੱਥੇ ਪਹੁੰਚੀ ਸੀਗੀ। ਕਈ ਸਾਰੇ ਅਹਿਮ ਸਵਾਲ ਉਹਨਾਂ ਨੂੰ ਕੀਤੇ ਗਏ ਸੀਗੇ। ਸਭ ਤੋਂ ਅਹਿਮ ਮਸਲਾ ਜਿਹੜਾ ਚੱਲ ਰਿਹਾ ਹੈਗਾ ਸਿਟੀਜ਼ਨ ਅਮੈਂਡਮੈਂਟ ਬਿੱਲ। ਇਸ ਬਿੱਲ ਨੂੰ ਲੈ ਕੇ ਕਈ ਸਾਰੀਆਂ ਜਿਹੜੀਆਂ ਹੁਣ ਨਵੀਂ ਅਸੀਂ ਕਹੀਏ ਕਿ ਜਿਹੜੇ ਸੁਰਖੀਆਂ ਹਨ ਉਹ ਬਣ ਰਹੀਆਂ ਹਨ ਔਰ ਕਈ ਸਾਰੇ ਪ੍ਰਤੀਕਰਮ ਜਿਹੜੇ ਨੇ ਉਹ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਜਦ ਸਿਟੀਜ਼ਨ ਅਮੈਂਡਮੈਂਟ ਬਿੱਲ ਪਾਸ ਕੀਤਾ ਗਿਆ ਸੀਗਾ ਤਾਂ ਇਹ ਕਾਫੀ ਲੰਬੇ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਸੀਗੇ ਕਿ ਬੀਜੇਪੀ ਜਿਹੜੀ ਹੈਗੀ ਹੈ, ਸਰਕਾਰ ਜਿਹੜੀ ਹੈਗੀ ਹੈ, ਉਹ ਦੋਵੇਂ ਸਦਨਾਂ ਦੇ ਵਿੱਚ ਇਹਨੂੰ ਪਾਸ ਕਰ ਸਕਦੀ ਹੈ, ਰਾਜ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ, ਜੋ ਕਿ ਪਾਸ ਕੀਤਾ ਗਿਆ। ਮੈਂ ਸਰਲ ਭਾਸ਼ਾ ਦੇ ਵਿੱਚ ਪੁੱਛਾਂ, ਅੱਜ ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਰਹਿੰਦੇ ਹਾਂ ਜਿੱਥੇ ਸਾਨੂੰ ਹਰ ਜਿਹੜਾ ਉਹ ਕਾਨੂੰਨ ਹੈ ਉਹ ਇਜਾਜ਼ਤ ਦਿੰਦਾ ਆਪਣੀ ਗੱਲ ਕਹਿਣ ਦੀ। ਫਰੀडम ਆਫ ਸਪੀਚ ਦੀ ਅਸੀਂ ਗੱਲ ਕਰਦੇ ਹਾਂ, ਫਰੀडम ਆਫ ਐਕਸਪ੍ਰੈਸ਼ਨ ਦੀ ਅਸੀਂ ਗੱਲ ਕਰਦੇ ਹਾਂ। ਲੇਕਿਨ ਅਗਰ ਜੇ ਤੁਹਾਨੂੰ ਕਿਹਾ ਜਾਏ ਕਿ ਤੁਸੀਂ ਇਸ ਧਰਮ ਦੇ ਨਾਲ ਸੰਬੰਧ ਰੱਖਦੇ ਹੋ, ਤੁਸੀਂ ਮਾਈਨੋਰਿਟੀ ਦੇ ਵਿੱਚ ਨਹੀਂ, ਤੁਸੀਂ ਮੈਜੋਰਿਟੀ ਦੇ ਵਿੱਚ ਉਸ ਦੇਸ਼ ਦੇ ਵਿੱਚ, ਤਾਂ ਤੁਹਾਨੂੰ ਅਸੀਂ ਨਾਗਰਿਕਤਾ ਜਿਹੜੀ ਸਿਟੀਜ਼ਨਸ਼ਿਪ ਹੈਗੀ ਉਹ ਨਹੀਂ ਦੇਵਾਂਗੇ, ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਏਗਾ? ਉਹ ਅਗਰ ਅਸੀਂ ਵੇਖੀਏ ਤਾਂ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਦੱਸ ਦੇਵਾਂ ਕਿ ਸਿਟੀਜ਼ਨ ਅਮੈਂਡਮੈਂਟ ਬਿੱਲ ਹੈ ਕੀ ਆਖਿਰਕਾਰ। ਸਿਟੀਜ਼ਨ ਅਮੈਂਡਮੈਂਟ ਬਿੱਲ ਹੈਗੀ ਹੈ ਸੰਸ਼ੋਧਨ ਜਿਹੜਾ ਸਿਟੀਜ਼ਨਸ਼ਿਪ ਦੇ ਵਿੱਚ ਕੀਤਾ ਗਿਆ ਇੰਡੀਆ ਦੇ ਵਿੱਚ। ਸਰਕਾਰ ਦਾ ਕਹਿਣਾ ਕਿ ਜਿਹੜੇ ਬੰਗਲਾਦੇਸ਼, ਪਾਕਿਸਤਾਨ ਔਰ ਅਫਗਾਨਿਸਤਾਨ ਤੋਂ ਜਿਹੜੇ ਮਾਈਨੋਰਿਟੀਜ਼ ਆਈਆਂ ਹਨ ਉਹਨਾਂ ਨੂੰ ਅਸੀਂ ਸਿਟੀਜ਼ਨ ਬਣਾਵਾਂਗੇ। ਮੈਜੋਰਿਟੀ ਮੁਸਲਮਾਨਾਂ ਦੀ ਕੰਟਰੀ ਹੈਗੀ ਹੈ, ਮੁਸਲਿਮ ਕੰਟਰੀ ਹੈਗੀ ਹੈ, ਅਤੇ ਮੁਸਲਿਮਸ ਨੂੰ ਇਹ ਸਿਟੀਜ਼ਨਸ਼ਿਪ ਦੀ ਜਿਹੜੀ ਪ੍ਰਾਵਧਾਨ ਹੈ, ਅਮੈਂਡਮੈਂਟ ਹੈਗੀ ਹੈ, ਉਹਦੇ ਵਿੱਚ ਉਹ ਨਹੀਂ ਹੋਣਗੇ, ਯਾਨੀ ਕਿ ਉਹਨਾਂ ਨੂੰ ਸਿਟੀਜ਼ਨ ਅਸੀਂ ਨਹੀਂ ਬਣਾ ਸਕਦੇ। ਜਿਸ ਕਰਕੇ ਕਈ ਸਾਰੇ ਮਾਨਵ ਅਧਿਕਾਰ ਦੇ ਜਿਹੜੇ ਐਕਟਿਵਿਸਟ ਹਨ ਉਹਨਾਂ ਦੇ ਵਿੱਚ ਇਸ ਗੱਲ ਦਾ ਜੋ ਜ਼ਰੂਰ ਸਾਨੂੰ ਵੇਖਣ ਨੂੰ ਮਿਲਿਆ, ਉਹਨਾਂ ਨੇ ਕਈ ਸਾਰੇ ਰੋਸ ਮੁਜ਼ਾਹਰੇ ਕੀਤੇ। ਜਿਹੜਾ ਮੁਸਲਿਮ ਭਾਈਚਾਰਾ ਹੈਗਾ ਉਹਨੇ ਵੀ ਇਸ ਗੱਲ ਦਾ ਜ਼ਰੂਰ ਆਪਣਾ ਜਿਹੜਾ ਰੋਸ ਹੈ ਉਹ ਭਾਰਤ ਦੇ ਵਿੱਚ ਵਿਖਾਇਆ। ਉਹਦਾ ਅਗਰ ਮੈਂ ਐਗਜ਼ਾਮਪਲ ਤੁਹਾਨੂੰ ਦੇਵਾਂ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਹ ਅੱਗ ਜ਼ਿਆਦਾ ਵੇਖਣ ਨੂੰ ਮਿਲੀ। ਇਸ ਕਰਕੇ ਅੱਗ ਵੇਖਣ ਨੂੰ ਮਿਲੀ ਕਿਉਂਕਿ ਉੱਥੇ ਜਿਹੜੇ ਜਾਮੀਆ ਇਸਲਾਮੀਆ ਯੂਨੀਵਰਸਿਟੀ ਹੈਗੀ ਆ ਦਿੱਲੀ ਵਿਖੇ, ਉੱਥੇ ਸਟੂਡੈਂਟ ਵੱਲੋਂ ਪ੍ਰੋਟੈਸਟ ਕੀਤਾ ਗਿਆ ਕਿ ਇਹ ਜਿਹੜਾ ਹੈਗਾ ਇਹ ਮੁਸਲਿਮ ਭਾਈਚਾਰੇ ਦੇ ਖਿਲਾਫ ਹੈਗਾ। ਲੇਕਿਨ ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਰਾਜਨਾਥ ਸਿੰਘ ਜੋ ਕਿ ਕੱਲ੍ਹ ਨਿਊਯਾਰਕ ਪਹੁੰਚੇ ਸੀਗੇ, ਉਹਨਾਂ ਨੇ ਇਹ ਪ੍ਰਤੀਕਰਮ ਆਪਣੇ ਦਿੱਤੇ ਕਿ ਇਹ ਮੁਸਲਿਮ ਭਾਈਚਾਰੇ ਦੇ ਖਿਲਾਫ ਨਹੀਂ ਹੈਗਾ, ਇਹ ਮਾਈਨੋਰਿਟੀਜ਼ ਨੂੰ ਦੇਸ਼ ਦੇ ਵਿੱਚ ਸੇਵ ਕਰਨ ਦੀ ਇੱਕ ਨਵਾਂ ਕਦਮ ਹੈਗਾ। ਲੇਕਿਨ ਕਈ ਸਾਰੀਆਂ ਜਿਹੜੇ ਸਮੀਕਰਨ ਅਸੀਂ ਵੇਖੀਏ ਤਾਂ ਇਹ ਜ਼ਰੂਰ ਸਾਨੂੰ ਜਾਪਦਾ ਹੈ ਕਿ ਇਹ ਕਿਤੇ ਨਾ ਕਿਤੇ ਇੱਕ ਪਾਰਟੀਕੂਲਰ ਭਾਈਚਾਰੇ ਨੂੰ ਜ਼ਿਹਨ ਦੇ ਵਿੱਚ ਰੱਖੇ ਇਹ ਜਿਹੜਾ ਫੈਸਲਾ ਹੈ ਉਹ ਲਿੱਤਾ ਗਿਆ। ਕਈ ਸਾਰੇ ਸਿਆਸੀ ਪੰਡਤਾਂ ਦਾ ਇਹ ਵੀ ਕਹਿਣਾ ਹੈ, ਵਿਰੋਧੀ ਧਿਰਾਂ ਦਾ ਇਹ ਵੀ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਭਾਰਤ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ, ਜਿਹਦੀ ਅੱਗ ਜਿਹੜੀ ਹੈ ਹੁਣ ਉਹ ਮੁਸਲਮਾਨਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ, ਕਿਸ ਤਰੀਕੇ ਨਾਲ ਉਹ ਹੁਣ ਉਬਲਦੀ ਹੋਈ ਵੀ ਨਜ਼ਰ ਆ ਰਹੀ ਹੈ। ਲੇਕਿਨ ਬਵਾਲ ਇੱਥੇ ਇਹ ਮੱਚਦਾ ਹੈ, ਗੱਲ ਇੱਥੇ ਸਾਹਮਣੇ ਇਹ ਆਉਂਦੀ ਹੈ ਕਿ ਆਖਿਰਕਾਰ ਇਹ ਜਿਹੜਾ ਸਟੈਪ ਹੈ ਇਹ ਕਿਸ ਆਈਡੀਓਲੋਜੀ ਦੇ ਹਿਸਾਬ ਨਾਲ ਲਿੱਤਾ ਗਿਆ। ਅੱਜ ਅਸੀਂ ਇਸ ਧਰਤੀ ਦੇ ਉੱਤੇ ਰਹਿੰਦੇ ਹਾਂ ਔਰ ਕਈ ਸਾਰੇ ਬਿੱਲ ਜਿਹੜੇ ਨੇ ਇੱਥੇ ਵੀ ਪਾਸ ਹੁੰਦੇ ਹਨ, ਲੇਕਿਨ ਕਦੀ ਵੀ ਅਸੀਂ ਨਹੀਂ ਵੇਖਿਆ ਇਸ ਧਰਤੀ ਦੇ ਉੱਤੇ ਕਿ ਕੋਈ ਵੀ ਬਿੱਲ ਰਿਲੀਜਨ ਨੂੰ ਲੈ ਕੇ ਪਾਸ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਹਨ ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ, ਕਿਉਂਕਿ ਅਗਰ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਦੇ ਨੇ ਤੇ ਅਸੀਂ ਜ਼ਰੂਰ ਉਹਨਾਂ ਦੇ ਨਾਲ ਖੜੇ ਹੋਵਾਂਗੇ। ਤੇ ਉੱਥੇ ਦੂਜੇ ਪਾਸੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਇਹ ਤੱਕ ਬਿਆਨ ਦੇ ਦਿੱਤਾ ਕਿ ਜੇਕਰ ਇਹ ਕੈਬ ਬਿੱਲ ਲਾਗੂ ਕੀਤਾ ਜਾਂਦਾ ਤਾਂ ਅਸੀਂ ਸੜਕਾਂ ਦੇ ਉੱਤੇ ਉਤਰ ਜਾਵਾਂਗੇ ਔਰ ਸਾਡੀ ਲਾਸ਼ ਦੇ ਉੱਤੋਂ ਇਹਨਾਂ ਨੂੰ ਗੁਜ਼ਰ ਕੇ ਜਾਣਾ ਪਵੇਗਾ। ਕਈ ਸਾਰੇ ਹੋਰ ਸਟੇਟਾਂ ਦੇ ਵਿੱਚ ਵੀ ਇਸ ਗੱਲ ਨੂੰ ਵੇਖਿਆ ਗਿਆ ਕਿ ਜਿੱਥੇ ਰੋਸ ਮੁਜ਼ਾਹਰੇ ਲੋਕਾਂ ਵੱਲੋਂ ਕੀਤੇ ਗਏ, ਹੁਣ ਇਹਦੀ ਜਿਹੜੀ ਅੱਗ ਹੈਗੀ ਹੈ ਉਹ ਪੰਜਾਬ ਦੇ ਵੱਲ ਵੀ ਜਾ ਰਹੀ ਹੈ, ਜਿੱਥੇ ਬੀਤੇ ਦਿਨ ਹੀ ਮਲੇਰਕੋਟਲਾ ਅਤੇ ਲੁਧਿਆਣੇ ਦੇ ਵਿੱਚ ਵੀ ਅਸੀਂ ਵੇਖਿਆ ਕਿ ਰੋਸ ਮੁਜ਼ਾਹਰੇ ਜਿਹੜੇ ਨੇ ਉਹ ਵਸਨੀਕਾਂ ਵੱਲੋਂ ਪੰਜਾਬ ਦੇ ਕੀਤੇ ਗਏ। ਤੇ ਨਾਲ ਹੀ ਦਿੱਲੀ ਦੀ ਜੇਕਰ ਮੈਂ ਗੱਲ ਕਰ ਲਵਾਂ ਤੇ ਪ੍ਰੋਟੈਸਟ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਸੀਗਾ, ਕਈ ਸੰਗਠਨਾਂ ਵੱਲੋਂ ਕੀਤਾ ਗਿਆ ਸੀਗਾ, ਜਿੱਥੇ ਦਿੱਲੀ ਪੁਲਿਸ ਨੇ ਲਾਠੀ ਚਾਰਜ ਵੀ ਕੀਤੀ। ਬਕਾਇਦਾ ਮਨੀਸ਼ ਸਿਸੋਦੀਆ ਨੇ ਇਹ ਤੱਕ ਵੀ ਬਿਆਨ ਦੇ ਦਿੱਤਾ ਕਿ ਜਿਹੜੀ ਲਾਠੀ ਚਾਰਜ ਬੱਚਿਆਂ ਦੇ ਉੱਤੇ ਕੀਤੀ ਗਈ ਹੈ ਉਹ ਬਿਲਕੁਲ ਗੈਰ ਕਾਨੂੰਨੀ ਹੈਗੀ ਹੈ। ਔਰ ਕਈ ਸਾਰੇ ਇਲਜ਼ਾਮ ਵੀ ਮਨੀਸ਼ ਸਿਸੋਦੀਆ ਜੋ ਕਿ ਉਪ ਮੁੱਖ ਮੰਤਰੀ ਹਨ ਦਿੱਲੀ ਦੇ, ਉਹਨਾਂ ਨੇ ਦਿੱਲੀ ਪੁਲਿਸ ਦੇ ਉੱਤੇ ਲਗਾਏ ਕਿ ਦਿੱਲੀ ਪੁਲਿਸ ਖੁਦ ਆਪ ਹੀ ਬੱਸਾਂ ਨੂੰ ਅੱਗ ਲਾ ਰਹੀ ਹੈ ਔਰ ਮੋਟਰਸਾਈਕਲਾਂ ਨੂੰ ਅੱਗ ਲਾ ਰਹੀ ਹੈ ਔਰ ਉਹਦਾ ਇਲਜ਼ਾਮ ਬੱਚਿਆਂ ਦੇ ਉੱਤੇ ਲਾਇਆ ਜਾ ਰਿਹਾ, ਵਿਦਿਆਰਥੀਆਂ ਦੇ ਉੱਤੇ ਲਾਇਆ ਜਾ ਰਿਹਾ। ਤੇ ਨਾਲ ਹੀ ਉਹਨਾਂ ਨੇ
ਕੇਂਦਰ ਸਰਕਾਰ ਨੂੰ ਵੀ ਘੇਰਿਆ, ਹਾਕਮ ਸਰਕਾਰ ਨੂੰ ਵੀ ਘੇਰਿਆ ਕਿ ਇਹ ਬੀਜੇਪੀ ਦੀ ਆਈਡੀਓਲੋਜੀ ਹੈ ਜੋ ਕਿ ਮੁਸਲਮਾਨਾਂ ਦੇ ਖਿਲਾਫ ਹੈ। ਜਦ ਤੋਂ ਦੇਸ਼ ਦੇ ਵਿੱਚ 2014 ਤੋਂ ਬੀਜੇਪੀ ਦੀ ਸਰਕਾਰ ਬਣੀ ਹੈ, ਉਹ ਸਿਰਫ ਮੁਸਲਿਮ ਤੇ ਹਿੰਦੂ ਦੀ ਰਾਜਨੀਤੀ ਕਰਕੇ ਹੀ ਦੇਸ਼ ਦੇ ਵਿੱਚ ਨਵੇਂ ਮਸਲੇ ਲੈ ਆਉਂਦੀ ਹੈ, ਤਾਂ ਕਿ ਜਿਹੜੇ ਅਸਲੀ ਮਸਲੇ ਹਨ ਉਹਨਾਂ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ, ਲੋਕਾਂ ਨੂੰ ਭਟਕਾਇਆ ਜਾਵੇ। ਅਸਲੀ ਮੁੱਦਿਆਂ ਦੀ ਗੱਲ ਕਰੀਏ ਤਾਂ ਰੋਜ਼ਗਾਰ ਮੁਹੱਈਆ ਕਰਾਉਣਾ, ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ, ਦੇਸ਼ ਦੇ ਵਿੱਚ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ, ਦੇਸ਼ ਦੇ ਵਿੱਚ ਸਿੱਖਿਆ ਦੇ ਮਿਆਰ ਨੂੰ ਵਧਾਉਣਾ, ਰੋਜ਼ਗਾਰ ਵਧਾਉਣਾ, ਸਿਹਤ ਦੇ ਤਰੀਕੇ ਦੀ ਅਗਰ ਗੱਲ ਕਰੀਏ ਤਾਂ ਵੱਖ-ਵੱਖ ਪ੍ਰਾਵਧਾਨ ਲੈ ਕੇ ਆਉਣੇ, ਜਾਂ ਫਿਰ ਦੇਸ਼ ਕਿਸ ਤਰੀਕੇ ਨਾਲ ਆਪਣਾ ਇਕਨੋਮੀ ਦੇ ਵਿੱਚ ਅੱਗੇ ਜਾਏ, ਤਾਂ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬੋਲਦੇ ਹੋਏ ਨਜ਼ਰ ਆਏ। ਜਦ ਵੀ ਦੇਸ਼ ਦੇ ਵਿੱਚ ਇਸ ਗੱਲ ਦੀ ਗੱਲ ਹੁੰਦੀ ਹੈ ਤਾਂ ਕੁਝ ਅਜਿਹਾ ਮਸਲਾ ਸਾਹਮਣੇ ਲੈ ਕੇ ਆਇਆ ਜਾਂਦਾ ਹੈ ਜਿੱਥੇ ਦੇਸ਼ ਨੂੰ ਭਟਕਾਇਆ ਜਾ ਸਕੇ। ਜਦ ਗੱਲ GDP ਦੀ ਆਉਂਦੀ ਹੈ ਤਾਂ ਕਦੀ ਉਹ 3 ਤਲਾਕ ਦੀ ਗੱਲ ਕਰ ਲੈਂਦੇ ਹਨ, ਜਦ ਗੱਲ ਦੇਸ਼ ਨੂੰ ਅੱਗੇ ਲਿਜਾਉਣ ਦੀ ਗੱਲ ਆਉਂਦੀ ਹੈ ਤਾਂ ਕਸ਼ਮੀਰ ਦੀ ਗੱਲ ਕਰ ਲੈਂਦੇ ਹਨ, ਜਦ ਗੱਲ ਰੋਜ਼ਗਾਰ ਮੁਹੱਈਆ ਕਰਾਉਣ ਦੀ ਗੱਲ ਆਉਂਦੀ ਹੈ ਤਾਂ ਫਿਰ ਉਹ ਸਿਟੀਜ਼ਨ ਅਮੈਂਡਮੈਂਟ ਬਿੱਲ ਲੈ ਕੇ ਆ ਜਾਂਦੇ ਹਨ ਜਾਂ ਫਿਰ ਨੋਟਬੰਦੀ ਲੈ ਕੇ ਆ ਜਾਂਦੇ ਹਨ। ਇਹ ਸਭ ਕਿਹਾ ਗਿਆ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ। ਮਨੀਸ਼ ਸਿਸੋਦੀਆ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੀ ਲੋਕਾਂ ਦੇ ਨਾਲ ਕਿ ਦੇਖੋ ਕਿਸ ਤਰੀਕੇ ਨਾਲ ਖੁਦ ਆਪ ਹੀ ਦਿੱਲੀ ਪੁਲਿਸ ਜਿਹੜੀ ਹੈਗੀ ਹੈ ਉਹ ਬੱਸਾਂ ਨੂੰ ਅੱਗ ਲਾ ਰਹੀ ਹੈ, ਮੋਟਰਸਾਈਕਲਾਂ ਨੂੰ ਅੱਗ ਲਾ ਰਹੀ ਹੈ। ਅਸੀਂ ਦਿਖਾਉਂਦੇ ਹਾਂ ਤੁਹਾਨੂੰ ਉਹ ਵੀਡੀਓ ਜੋ ਕਿ ਮਨੀਸ਼ ਸਿਸੋਦੀਆ ਵੱਲੋਂ ਫੇਸਬੁੱਕ ਦੇ ਉੱਤੇ ਯਾਨੀ ਕਿ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਗਈ। ਤਾਂ ਤੁਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਦਿੱਲੀ ਪੁਲਿਸ ਦਾ ਜਿਹੜਾ ਕਰਮੀ ਸੀਗਾ ਖੁਦ ਆਪਣੇ ਹੱਥ ਦੇ ਵਿੱਚ ਉਹ ਬਕਾਇਦਾ ਕੈਨੀ ਜਿਹੜੀ ਹੈ ਪੈਟਰੋਲ ਦੀ ਲੈ ਕੇ ਗਿਆ, ਜਿਹਦੇ ਕਰਕੇ ਉਹਨੇ ਬੱਸ ਦੇ ਵਿੱਚ ਛਿੜਕਾਅ ਕੀਤਾ ਔਰ ਬੱਸ ਨੂੰ ਉਸ ਤੋਂ ਬਾਅਦ ਅੱਗ ਲਾਤੀ ਗਈ। ਫਿਰ ਦਿੱਲੀ ਪੁਲਿਸ ਵੱਲੋਂ ਬਿਆਨ ਹੈ ਸਾਹਮਣੇ ਆਇਆ ਕਿ ਇਹ ਵਿਦਿਆਰਥੀਆਂ ਵੱਲੋਂ ਜਿਹੜਾ ਗੈਰ ਕਾਨੂੰਨੀ ਕੰਮ ਹੈ ਉਹ ਕੀਤਾ ਜਾ ਰਿਹਾ, ਇਸ ਕਰਕੇ ਵਿਦਿਆਰਥੀਆਂ ਨੂੰ ਖਦੇੜਿਆ ਜਾ ਰਿਹਾ ਹੈ। ਇੱਥੇ ਤੱਕ ਹੀ ਦਿੱਲੀ ਪੁਲਿਸ ਨਹੀਂ ਰੁਕੀ, ਬਕਾਇਦਾ ਦਿੱਲੀ ਪੁਲਿਸ ਜਾਮੀਆ ਇਸਲਾਮੀਆ ਯੂਨੀਵਰਸਿਟੀ ਪਹੁੰਚੀ ਜਿੱਥੇ ਬੱਚੇ ਔਰ ਵਿਦਿਆਰਥੀ ਜਿਹੜੇ ਸੀਗੇ ਉਹ ਬਿਲਕੁਲ ਅਮਨ ਤੇ ਸ਼ਾਂਤੀ ਦੇ ਢੰਗ ਦੇ ਨਾਲ ਜਿਹੜੀ ਸੀਗੀ ਉਹ ਆਪਣੀ ਗੱਲ ਰੱਖ ਰਹੇ ਸੀਗੇ। ਜਦ ਦਿੱਲੀ ਪੁਲਿਸ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਵਿਦਿਆਰਥੀਆਂ ਦੇ ਵਿੱਚ ਰੋਸ਼ ਜ਼ਿਆਦਾ ਨਜ਼ਰ ਆ ਰਿਹਾ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਕੀਤੀ, ਇੱਕ ਵਾਰੀ ਤੁਹਾਨੂੰ ਅਸੀਂ ਉਹ ਵੀ ਦਿਖਾ ਦਿੰਦੇ ਹਾਂ। ਕਈ ਸਾਰੇ ਜਿਹੜੇ ਅਹਿਮ ਟੀਵੀ ਸਟੇਸ਼ਨ ਹਨ ਇੰਡੀਆ ਦੇ ਵਿੱਚ ਉਹ ਇਹਨਾਂ ਖਬਰਾਂ ਨੂੰ ਨਹੀਂ ਵਿਖਾ ਰਹੇ। ਹੋ ਸਕਦਾ ਕਿ ਉਹਨਾਂ ਦੀ ਕੋਈ ਮਜਬੂਰੀ ਹੋਵੇ, ਲੇਕਿਨ ਜਦ ਜਸ ਬ੍ਰੌਡਕਾਸਟਿੰਗ ਦੀ ਗੱਲ ਹੁੰਦੀ ਹੈ, ਸਾਡੇ ਚੈਨਲ ਦੀ ਗੱਲ ਹੁੰਦੀ ਹੈ, ਤਾਂ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਕਿ ਤੁਹਾਡੇ ਸਾਹਮਣੇ ਉਹ ਸਾਰੀ ਗੱਲਾਂ ਅਸੀਂ ਲੈ ਕੇ ਆਏ ਜੋ ਕਿ ਵਾਪਰ ਰਹੀਆਂ ਹਨ ਦੇਸ਼ ਦੇ ਵਿੱਚ। ਕਿਸ ਤਰੀਕੇ ਨਾਲ ਮਾਨਵ ਅਧਿਕਾਰਾਂ ਦੀ ਉਲੰਘਣਾ ਉੱਥੇ ਹੋ ਰਹੀ ਹੈ ਔਰ ਕਿਸ ਤਰੀਕੇ ਨਾਲ ਦੇਸ਼ ਦੇ ਵਿੱਚ ਅਮਨ ਸ਼ਾਂਤੀ ਬਹਾਲ ਨਾ ਕਰਕੇ ਉਹਨੂੰ ਵਾਕਈ ਹੀ ਅੱਗ ਲਾਈ ਜਾ ਰਹੀ ਹੈ। ਇਹ ਖਬਰ ਵਿਖਾਉਣੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਵਾਲ ਵੱਡੇ ਇੱਥੇ ਇਹ ਬਣਦੇ ਹਨ ਕਿ ਵਾਕਈ ਹੀ ਉੱਥੇ ਮਾਈਨੋਰਿਟੀਜ਼ ਅਨਸੇਫ ਹਨ, ਵਾਕਈ ਹੀ ਉੱਥੇ ਮੁਸਲਿਮ ਭਾਈਚਾਰੇ ਦੇ ਉੱਤੇ ਅਤਿਆਚਾਰ ਹੋ ਰਿਹਾ। ਕਿਉਂਕਿ ਜਦ ਅਸੀਂ ਸਬਕਾ ਸਾਥ ਸਬਕਾ ਵਿਕਾਸ ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਪਹਿਲਾਂ ਜਦ 2014 ਦੇ ਵਿੱਚ ਉਹ ਸਰਕਾਰ ਦੇ ਵਿੱਚ ਆਏ ਸੀਗੇ, ਉਹਨਾਂ ਨੇ ਨਾਰਾ ਲਾਇਆ ਸੀਗਾ, ਬਕਾਇਦਾ ਉਹਨਾਂ ਦੇ ਮੰਤਰੀ, ਉਹਨਾਂ ਦੇ ਬੁਲਾਰੇ ਜਦ ਇਸ ਵੀ ਮੰਚ ਦੇ ਉੱਤੇ ਆਉਂਦੇ ਹਨ ਤਾਂ ਉਹ ਵੀ ਇਹੀ ਗੱਲ ਕਹਿੰਦੇ ਹੋਏ ਨਜ਼ਰ ਆਉਂਦੇ ਹਨ। ਲੇਕਿਨ ਸਵਾਲ ਵੱਡਾ ਇੱਥੇ ਇਹ ਬਣਦਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਕੰਟਰੀਆਂ ਨੂੰ ਹੀ ਜਿਹੜੀ ਮਿਨੋਰਿਟੀਜ਼ ਹੈ ਉਹਨਾਂ ਨੂੰ ਕਿਉਂ ਸਿਟੀਜ਼ਨਸ਼ਿਪ ਦਿੱਤੀ ਜਾ ਰਹੀ ਹੈ? ਨਾਲ ਦੀਆਂ ਲੱਗਦੀਆਂ ਕੰਟਰੀ ਨੇਪਾਲ, ਭੂਟਾਨ, ਮਿਆਂਮਾਰ, ਸ਼੍ਰੀਲੰਕਾ, ਜਿਹੜੀ ਇਹ ਕੰਟਰੀਆਂ ਹਨ ਇਹਨਾਂ ਦੇ ਵਿੱਚ ਵੀ ਮਿਨੋਰਿਟੀ ਦੇ ਵਿੱਚ ਮੁਸਲਮਾਨ ਭਰਾ ਰਹਿੰਦੇ ਹਨ ਕਿ ਉਹਨਾਂ ਨੂੰ ਵੀ
ਸਿਟੀਜ਼ਨਸ਼ਿਪ ਦਿੱਤੀ ਜਾਵੇਗੀ ਜਾਂ ਫਿਰ ਇਹ ਵਾਲਾ ਪ੍ਰਾਵਧਾਨ ਜਿਹੜਾ ਹੈਗਾ ਉਹ ਅਮੈਂਡਮੈਂਟ ਦੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਕਿ ਵਾਕਈ ਹੀ ਜਿਹੜੀ ਏਜੰਡੇ ਦੀ ਰਾਜਨੀਤੀ ਹੋ ਰਹੀ ਹੈ, ਜਿਹੜੀ ਇੱਕ ਹੀ ਆਈਡੀਓਲੋਜੀ ਦੀ ਗੱਲ ਹੋ ਰਹੀ ਹੈ, ਇਹ ਜਾਪਦੀ ਹੈ ਕਿ ਵਾਕਈ ਹੀ ਬੀਜੇਪੀ ਸਰਕਾਰ ਉਸ ਵੱਲ ਅੱਗੇ ਵਧ ਰਹੀ ਹੈ। ਇਹਨਾਂ ਸਾਰੇ ਸਵਾਲਾਂ ਦਾ ਵੀ ਜਵਾਬ ਹੀ ਅਸੀਂ ਲਵਾਂਗੇ। ਮੈਂ ਇੱਕ ਤੁਹਾਡੇ ਸਾਹਮਣੇ ਹੋਰ ਵੀਡੀਓ ਵੀ ਸ਼ੇਅਰ ਕਰ ਰਿਹਾ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਵਿਖਾਇਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਪੁਲਿਸ ਕਰਮੀ ਹਨ ਔਰ ਇਹ ਵੀ ਸਿਆਸੀ ਪੰਡਤਾਂ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਕਰਮੀਆਂ ਦੇ ਵਿੱਚ ABVP ਯਾਨੀ ਕਿ ਅਖਿਲ ਭਾਰਤੀ ਵਿਧਾਨ ਪਰਿਸ਼ਦ, ਇਹ ਉਹ ਵਿਦਿਆਰਥੀਆਂ ਦਾ ਸੰਗਠਨ ਹੈ ਜੋ ਕਿ ਵਿਦਿਆਰਥੀਆਂ ਦੇ ਵਿੱਚ ਕਿਸ ਤਰੀਕੇ ਨਾਲ ਪੋਲਿਟਿਕਸ ਕਰਨੀ ਚਾਹੀਦੀ ਹੈ ਉਹ ਇਸ ਏਜ ਦੇ ਵਿੱਚ ਹੀ ਸਿਖਾਈ ਜਾਂਦੀ ਹੈ ਬੀਜੇਪੀ ਵੱਲੋਂ। ਇਹ ਵਿਦਿਆਰਥੀਆਂ ਦਾ ਸੰਗਠਨ ਹੈ ਜੋ ਕਿ ਬੀਜੇਪੀ ਦਾ ਭਾਈਚਾਰਾ, ਬੀਜੇਪੀ ਦਾ ਭਾਈਵਾਲ ਹੈਗਾ। ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ਸਾਰੇ ABVP ਦੇ ਵਿਦਿਆਰਥੀ ਪੁਲਿਸ ਦੀ ਡਰੈਸ ਪਾ ਕੇ ਬਾਕਾਇਦਾ ਮੌਜੂਦ ਸੀਗੇ। ਨਿਊ ਫਰੈਂਡਸ ਕਲੋਨੀ ਹੈ ਦਿੱਲੀ ਦੇ ਵਿੱਚ ਮੌਜੂਦ ਹੈ। ਜਾਮੀਆ ਇਸਲਾਮੀਆ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਹਨ ਉਹ ਜਦ ਆਪਣੀ ਗੱਲ ਰੱਖ ਰਹੇ ਸੀਗੇ, ਜਦ ਉਹ ਇਸ ਬਿੱਲ ਦਾ ਵਿਰੋਧ ਕਰ ਰਹੇ ਸੀਗੇ ਕਿ ਕਿਵੇਂ ਪੁਲਿਸ ਨੇ ਉਹਨਾਂ ਨੂੰ ਬਾਕਾਇਦਾ ਘਰ ਤੋਂ ਕੱਢ ਕੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਜਿਹੜੇ ਸਿਵਲ ਵਰਦੀ ਦੇ ਵਿੱਚ ਇਹਨਾਂ ਪੁਲਿਸ ਕਰਮੀਆਂ ਦੇ ਵਿੱਚ ਮੌਜੂਦ ਸੀਗੇ ਉਹ ABVP ਦੇ ਵਿਦਿਆਰਥੀ ਸੀਗੇ। ਜਸ ਬ੍ਰੌਡਕਾਸਟਿੰਗ ਇਸ ਗੱਲ ਦੀ ਤੁਹਾਡੇ ਸਾਹਮਣੇ ਆਥੈਂਟਿਸਿਟੀ ਨਹੀਂ ਰੱਖਦਾ। ਜਦ ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਵੇਖੀ ਤਾਂ ਤੁਹਾਨੂੰ ਤੁਹਾਡੇ ਸਾਹਮਣੇ ਰੱਖਣੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਲੇਕਿਨ ਅਸੀਂ ਤੁਹਾਨੂੰ ਉਹ ਜ਼ਰੂਰ ਵਿਖਾਵਾਂਗੇ ਫੈਕਟਸ ਕਿ ਜਿਹੜਾ ਵਿਦਿਆਰਥੀ ਇਹਨਾਂ ਬੱਚਿਆਂ ਦੇ ਨਾਲ ਕੁੱਟਮਾਰ ਕਰ ਰਿਹਾ ਸੀਗਾ ਉਹ ਖੁਦ ਆਪ ਵਿਦਿਆਰਥੀ ਸੀਗਾ ਜਿਹਨੇ ਪੁਲਿਸ ਦੀ ਡਰੈਸ ਪਾਈ ਹੋਈ ਸੀਗੀ। ਮੈਂ ਚਾਹਾਂਗਾ ਕਿ TV ਸਕਰੀਨ ਦੇ ਉੱਤੇ ਭਰਤ ਸ਼ਰਮਾ ਜੋ ਕਿ ABVP ਦਾ ਵਿਦਿਆਰਥੀ ਹੈ ਔਰ ਜਦ ਅਸੀਂ ਤੁਹਾਨੂੰ ਵੀਡੀਓ ਦਿਖਾਵਾਂਗੇ ਉਸ ਵੀਡੀਓ ਦੇ ਵਿੱਚ ਉਹ ਬਾਕਾਇਦਾ ਨਜ਼ਰ ਵੀ ਆਉਂਦਾ ਹੈ ਜੋ ਕਿ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕਰਦਾ ਹੋਇਆ ਨਜ਼ਰ ਵੀ ਆਇਆ। ਤੇ ਕੀ ਦਿੱਲੀ ਪੁਲਿਸ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਇਹਨਾਂ ਵਿਦਿਆਰਥੀਆਂ ਨੂੰ ਜੋ ਕਿ BJP ਦੇ ਨਾਲ ਸੰਬੰਧ ਰੱਖਦੇ ਹਨ, ਜੋ ਕਿ BJP ਦੇ ਭਾਈਵਾਲ ਹਨ। ਹੁਣ ਮੈਂ ਤੁਹਾਨੂੰ ਉਹ ਵੀਡੀਓ ਦਿਖਾ ਰਿਹਾ। ਵੀਡੀਓ ਤੁਹਾਡੇ ਜ਼ਰੂਰ ਤੁਹਾਨੂੰ ਮਜਬੂਰ ਕਰੇਗੀ ਕਿ ਕਿਸ ਤਰੀਕੇ ਦਾ ਅਤਿਆਚਾਰ ਭਾਰਤ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਿਦਿਆਰਥੀਆਂ ਨਾਲ ਹੋ ਰਿਹਾ। ਇਹ ਉਹ ਵਿਦਿਆਰਥੀ ਹਨ ਜੋ ਕਿ ਬਹੁਤ ਹੀ ਸ਼ਾਂਤੀਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸੀਗੇ। ਕੁੜੀਆਂ ਬਾਕਾਇਦਾ ਘਰ ਦੇ ਵਿੱਚ ਸੀਗੀਆਂ, ਪੁਲਿਸ ਨੇ ਉਹਨਾਂ ਨੂੰ ਬਾਹਰ ਖਦੇੜਿਆ ਔਰ ਇੱਕ ਵਿਦਿਆਰਥੀ ਜੋ ਕਿ ਇਹਨਾਂ ਕੁੜੀਆਂ ਨੂੰ ਬਚਾ ਰਿਹਾ ਸੀਗਾ ਉਸ ਵਿਦਿਆਰਥੀ ਨੂੰ ਘਰ ਤੋਂ ਬਾਹਰ ਖਿੱਚਿਆ ਗਿਆ। ਉਹਦੇ ਉੱਤੇ ਅੰਨ੍ਹੇਵਾਹ ਜਿਹੜੀ ਹੈ ਲਾਠੀ ਚਾਰਜ ਕੀਤੀ ਗਈ ਔਰ ਉਸ ਤੋਂ ਬਾਅਦ ਉਹਨੂੰ ਖਦੇੜ ਕੇ ਵਾਪਸ ਘਰ ਦੇ ਵਿੱਚ ਸੁੱਟ ਦਿੱਤਾ ਗਿਆ। ਇਹਦੇ ਵਿੱਚ ਇੱਕ ਵਿਦਿਆਰਥਣ ਜਿਹੜੀ ਹੈਗੀ ਹੈ ਉਹ ਬਾਕਾਇਦਾ ਜ਼ਖਮੀ ਵੀ ਹੋਈ। ਵੀਡੀਓ ਦੇ ਵਿੱਚ ਸਭ ਕੁਝ ਵੇਖਣ ਨੂੰ ਮਿਲ ਰਿਹਾ। ਸਪਸ਼ਟ ਕਰਨ ਦੀ ਮੈਨੂੰ ਜ਼ਿਆਦਾ ਲੋੜ ਨਹੀਂ ਹੈਗੀ, ਇਹ ਸਭ ਕੁਝ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ। ਸੋ ਤੁਸੀਂ ਵੇਖੀਏ ਵੀਡੀਓ। ਸਾਡੀ ਕੋਸ਼ਿਸ਼ ਕਿਸੇ ਨੂੰ ਵੀ ਇਨਸਟਿੰਕਟ ਕਰਨ ਭੜਕਾਉਣ ਦੀ ਨਹੀਂ ਹੈਗੀ। ਸਾਡੀ ਕੋਸ਼ਿਸ਼ ਸਿਰਫ ਤੁਹਾਡੇ ਸਾਹਮਣੇ ਉਹ ਅਸਲੀ ਤਸਵੀਰ ਰੱਖਣ ਦੀ ਹੈਗੀ ਜੋ ਕਿ ਕੋਈ ਵੀ TV ਸਟੇਸ਼ਨ, ਭਾਵੇਂ ਉਹ ਭਾਰਤ ਦਾ ਹੋਵੇ, ਭਾਵੇਂ ਉਹ ਕੋਈ ਵੀ TV ਸਟੇਸ਼ਨ ਹੋਵੇ, ਜੋ ਤੁਹਾਨੂੰ ਅਸਲੀ ਤਸਵੀਰਾਂ ਭਾਰਤ ਦੀ ਨਹੀਂ ਦਿਖਾ ਰਿਹਾ। ਜ਼ਿੰਮੇਵਾਰੀ ਇਹ ਬਣਦੀ ਹੈ ਕਿ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਬਿਆਨ ਦਿੰਦੇ ਹਨ ਕਿ ਸ਼ਾਂਤਮਈ ਢੰਗ ਦੇ ਨਾਲ ਪੁਲਿਸ ਜਿਹੜੀ ਹੈ ਉਹ ਵਿਦਿਆਰਥੀ ਸੰਗਠਨਾਂ ਨੂੰ ਰੋਕ ਰਹੀ ਹੈ ਔਰ ਉਹਨਾਂ ਨੂੰ ਮਨਾ ਕਰ ਰਹੀ ਹੈ, ਲੇਕਿਨ ਇਹ ਵੀਡੀਓ ਬਿਆਨ ਕਰਦੀਆਂ ਹਨ ਕਿ ਕਿਸ ਤਰੀਕੇ ਨਾਲ ਜੇਕਰ ਮੈਂ ਮਾਨਵ ਅਧਿਕਾਰਾਂ ਦੀ ਗੱਲ ਕਰਾਂ ਤੇ ਉਹਨਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਭਾਰਤ ਦੇ ਵਿੱਚ। ਅੱਜ ਅਸੀਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਮੇਰੇ ਨਾਲ ਕਈ ਸਾਰੇ ਹਿਊਮਨ ਜਿਹੜੇ ਐਕਟਿਵਿਸਟ ਹਨ ਉਹ ਅੱਜ ਇਸ ਪ੍ਰੋਗਰਾਮ ਦੇ ਵਿੱਚ ਜੁੜਨਗੇ।
ਬੀਜੇਪੀ ਦੇ ਜਿਹੜੇ ਲੀਡਰ ਹਨ, ਆਰਐਸਐਸ ਦੇ ਜਿਹੜੇ ਜਾਣਕਾਰ ਹਨ, ਉਹ ਵੀ ਮੇਰੇ ਨਾਲ ਜੁੜਨਗੇ। ਉਹ ਕੀ ਕੁਝ ਪ੍ਰਤੀਕਰਮ ਆਪਣੇ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹਨ, ਅੱਜ ਅਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੇ ਨਾਗਰਿਕਤਾ ਜਿਹੜਾ ਸੰਸ਼ੋਧਨ ਬਿੱਲ, ਜਿਹੜਾ ਕਾਨੂੰਨ ਹੈਗਾ, ਜਿਹੜਾ ਬਕਾਇਦਾ ਪਾਸ ਕੀਤਾ ਗਿਆ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਤਸਵੀਰਾਂ ਵਿਖਾ ਰਹੇ ਸੀਗੇ ਕਿ ਕਿਸ ਤਰੀਕੇ ਦਾ ਬਵਾਲ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਮਚਿਆ ਹੋਇਆ ਹੈਗਾ। ਕਈ ਸਾਰੀ ਸਟੇਟਾਂ ਤੋਂ ਜਿਹੜੀ ਇਹ ਖਬਰ ਸਾਹਮਣੇ ਆ ਰਹੀ ਹੈ, ਭਾਵੇਂ ਉਹ ਸਟੇਟ ਦਿੱਲੀ ਹੋਵੇ, ਆਸਾਮ ਹੋਵੇ, ਹਰਿਆਣਾ ਹੋਵੇ, ਪੰਜਾਬ ਹੋਵੇ, ਥੱਲੇ ਗੁਜਰਾਤ ਤੱਕ, ਤੇ ਨਾਲੇ ਹੈਦਰਾਬਾਦ, ਵੈਸਟ ਬੰਗਾਲ ਤੱਕ ਦੀਆਂ ਜਿਹੜੀ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਰੱਖੀਆਂ। ਤੇ ਜਿਹੜਾ ਰੋਜ਼ ਮੁਜ਼ਾਹਰੇ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਹਨ, ਉਹ ਕਿਉਂ ਕੀਤੇ ਜਾ ਰਹੇ ਹਨ ਕਿ ਵਾਕਈ ਇਹ ਜਿਹੜਾ ਬਿੱਲ ਹੈਗਾ ਉਹ ਮੁਸਲਮਾਨ ਭਾਈਚਾਰੇ ਦੇ ਖਿਲਾਫ ਹੈਗਾ, ਜਿਸ ਕਰਕੇ ਕਈ ਸਾਰੇ ਅਹਿਮ ਸੰਗਠਨ ਰੋਡ ਦੇ ਉੱਤੇ ਹਾਲ ਫਿਲਹਾਲ ਦੇ ਵਿੱਚ ਉਤਰ ਚੁੱਕੇ ਹਨ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਸੁਰਨਜੀਤ ਸਿੰਘ ਖਾਲਸਾ ਕਨੈਕਟੀਕਟ ਤੋਂ, ਹਿਊਮਨ ਰਾਈਟ ਐਕਟਿਵਿਸਟ, ਔਰ ਹਾਲ ਫਿਲਹਾਲ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਵੱਡੀ ਡੈਜ਼ਿਗਨੇਸ਼ਨ ਸਿਟੀ ਵੱਲੋਂ ਦਿੱਤੀ ਗਈ ਹੈ, ਜੋ ਕਿ ਉਹ ਬਖੂਬੀ ਤਰੀਕੇ ਨਾਲ ਨਿਭਾ ਵੀ ਰਹੇ ਹਨ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਡੀ ਕਾਰਲੇਕਰ, ਜੋ ਕਿ ਆਰਐਸਐਸ ਦੇ ਜਾਣਕਾਰ ਨੇ, ਉਹ ਵੀ ਮੇਰੇ ਨਾਲ ਮੌਜੂਦ ਨੇ। ਤੇ ਨਾਲ ਹੀ ਮੇਰੇ ਨਾਲ ਕਾਜ਼ੀ ਜੀ ਵੀ ਮੌਜੂਦ ਨੇ, ਜੋ ਕਿ ਮੁਸਲਿਮ ਭਾਈਚਾਰੇ ਦੀ ਤਰਫੋਂ, ਹਿਊਮਨ ਰਾਈਟ ਐਕਟਿਵਿਸਟ ਦੀ ਤਰਫੋਂ ਸਾਡੇ ਨਾਲ ਅੱਜ ਉਹ ਇਸ ਪੈਨਲ ਦੇ ਉੱਤੇ ਜੁੜਨਗੇ। ਮੈਂ ਤਿੰਨਾਂ ਦਾ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਕਾਜ਼ੀ ਜੀ, ਡੀ ਕਾਰਲੇਕਰ ਜੀ ਤੇ ਨਾਲ ਸੁਰਨਜੀਤ ਸਿੰਘ ਖਾਲਸਾ ਜੀ, ਤੁਹਾਡਾ ਤਿੰਨਾਂ ਦਾ ਸਵਾਗਤ ਹੈ ਇਸ ਮੰਚ ਦੇ ਉੱਤੇ। ਸਤਿ ਸ਼੍ਰੀ ਅਕਾਲ। ਮੈਂ ਸਭ ਤੋਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾ ਸਵਾਲ ਮੈਂ ਸੁਰਨਜੀਤ ਸਿੰਘ ਖਾਲਸਾ ਜੀ ਹੋਰਾਂ ਤੋਂ ਲੈਣਾ ਚਾਹਾਂਗਾ। ਖਾਲਸਾ ਜੀ, ਅਗਰ ਆਪਾਂ ਇਸ ਬਿੱਲ ਦੀ ਗੱਲ ਕਰੀਏ, ਕਈ ਸਾਰੇ ਸਿਆਸੀ ਪੰਡਤ ਇਹ ਵੀ ਕਹਿ ਰਹੇ ਹਨ ਔਰ ਕਈ ਸਾਰੇ ਪੈਰੋਕਾਰ ਔਰ ਇਹ ਵੀ ਕਹਿ ਰਹੇ ਹਨ, ਔਰ ਜਿਹੜੇ ਧਰਮ ਦੀ ਜਾਣਕਾਰੀ ਰੱਖਦੇ ਹਨ ਉਹ ਇਹ ਵੀ ਕਹਿ ਰਹੇ ਹਨ ਕਿ ਇਹ ਅੱਜ ਮੁਸਲਿਮ ਭਾਈਚਾਰੇ ਦੇ ਨਾਲ ਹੋਇਆ, ਕੱਲ੍ਹ ਨੂੰ ਇਹ ਸਿੱਖਾਂ ਦੇ ਨਾਲ ਵੀ ਹੋ ਸਕਦਾ ਹੈ। ਤੁਸੀਂ ਇਸ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ? ਦੇਖੋ, ਇਹ ਮੁਸਲਮਾਨ, ਸਿੱਖ ਜਾਂ ਹਿੰਦੂ ਦਾ ਇਹਦੇ ਵਿੱਚ ਮੇਰੇ ਹਿਸਾਬ ਨਾਲ ਸਾਨੂੰ ਐਵੇਂ ਨਹੀਂ ਦੇਖਣਾ ਚਾਹੀਦਾ ਇਸ ਬਿੱਲ ਨੂੰ। ਪਹਿਲੀ ਗੱਲ ਤੇ ਇਹ ਬਿੱਲ ਡੈਮੋਕ੍ਰੇਸੀ ਦਾ ਪੂਰਾ ਕਾਣ ਹੋਇਆ ਜੀ, ਤੇ ਇਹਨਾਂ ਨੇ ਜਿਹੜਾ ਕਹਿ ਲਓ ਵੀ ਇੱਕ ਬੀਜੇਪੀ ਦਾ ਏਜੰਡਾ ਸੀ ਜੀ, ਉਹ ਇਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਆਲਰੇਡੀ ਇੰਪਲੀਮੈਂਟ ਕਰਤਾ ਹੈ। ਉਹ ਮੈਂ ਤਾਂ ਕਹਿ ਰਿਹਾ ਵੀ ਸਿੱਖਾਂ ਨੂੰ ਤੇ ਆਲਰੇਡੀ ਧਾਰਾ 25(20) ਦੇ ਵਿੱਚ ਇਹਨਾਂ ਨੇ ਹਿੰਦੂਆਂ ਦਾ ਅੰਗ ਕਹਿ ਹੀ ਦਿੱਤਾ ਹੋਇਆ ਜੀ, ਤੇ ਅੱਜ ਮੁਸਲਮਾਨ ਜਿਹੜਾ ਭਾਈਚਾਰਾ ਹੈ ਉਹਨੂੰ ਵੀ ਇਹਨਾਂ ਨੇ ਇੱਕ ਤਰ੍ਹਾਂ ਦਾ ਬਾਹਰ ਕੱਢਤਾ ਇੰਡੀਆ ਤੋਂ। ਸੋ ਇਹ ਮੇਰੇ ਹਿਸਾਬ ਨਾਲ ਮਿਨੋਰਟੀਜ਼ ਦੇ ਅਗੇਂਸਟ ਹੈ ਬਿੱਲ, ਤੇ ਤਾਂ ਹੀ ਤੁਸੀਂ ਦੇਖੋ ਵੀ ਇਹਦਾ ਜਿਹੜਾ ਵਿਰੋਧ ਹੈ ਕੱਲਾ ਮੁਸਲਿਮ ਭਾਈਚਾਰੇ ਵੱਲੋਂ ਨਹੀਂ ਕੀਤਾ ਜਾ ਰਿਹਾ, ਜਾਮੀਆ ਦੇ ਸਟੂਡੈਂਟਸ ਵੀ ਕਰ ਰਹੇ ਨੇ, ਈਵਨ ਕਿ ਪੰਜਾਬ ਯੂਨੀਵਰਸਿਟੀ ਤੋਂ ਵੀ ਹੋਇਆ, ਕੈਲੀਫੋਰਨੀਆ ਦੇ ਵਿੱਚ ਵਿਰੋਧ ਚੱਲ ਰਿਹਾ ਹੈ। ਸੋ ਇਹਦਾ ਪੂਰੇ ਵਰਲਡ ਦੇ ਵਿੱਚ ਇਸ ਟਾਈਮ ਵਿਰੋਧ ਹੈ। ਈਵਨ ਕਿ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਐਜ਼ ਅ ਅਮਰੀਕਨ ਸਿਟੀਜ਼ਨ ਇਹ ਵੀ ਦੱਸਣਾ ਚਾਹਾਂਗਾ ਕਿ ਯੂਐਸ ਹਾਊਸ ਦੀ ਜਿਹੜੀ ਫੋਰਨ ਅਫੇਅਰਸ ਕਮੇਟੀ ਹੈ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਕਿਹਾ ਵੀ ਇੰਡੀਆ ਤੇ ਅਮਰੀਕਾ ਦੇ ਵਿੱਚ ਜਿਹੜਾ ਰਿਲੀਜੀਅਸ ਪਲੂਰਲਿਜ਼ਮ ਹੈ ਉਹ ਇੱਕ ਵਨ ਆਫ ਦਾ ਕੋਰ ਸ਼ੇਅਰਡ ਵੈਲਿਊ ਹੈ। ਤੇ ਇਹ ਜਿਹੜਾ ਬਿੱਲ ਹੈ ਬੇਸਿਕ ਡੈਮੋਕ੍ਰੈਟਿਕ ਟੈਨੈਂਟਸ ਨੂੰ ਢਾਹ ਲਗਾਉਂਦਾ ਹੈ। ਸੋ ਮੈਂ ਸਮਝਦਾ ਏਡੀ ਵੱਡੀ ਸਟੇਟਮੈਂਟ ਅਮਰੀਕਾ ਤੋਂ ਆਣੀ ਇਹ ਇੱਕ ਬੜਾ ਹੀ ਮਾਇਨੇ ਰੱਖਦੀ ਹੈ। ਈਵਨ ਕਿ ਯੂਐਸ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਉਹਨਾਂ ਨੇ ਤੇ ਇੱਥੇ ਤੱਕ ਕਹਿਤਾ ਵੀ ਯੂਐਸ ਨੂੰ ਭਾਰਤ ਦੇ ਉੱਤੇ ਸੈਂਕਸ਼ਨਸ ਲਗਾਉਣੀਆਂ ਚਾਹੀਦੀਆਂ, ਅਮਿਤ ਸ਼ਾਹ ਦੇ ਉੱਤੇ ਵੀ ਸੈਂਕਸ਼ਨਸ ਲਗਾਉਣੀਆਂ ਚਾਹੀਦੀਆਂ। ਸੋ ਇਹਦਾ ਜਿਹੜਾ ਵਿਰੋਧ ਹੈ ਸਾਨੂੰ ਥੋੜਾ ਓਪਨਲੀ ਦੇਖਣਾ ਪੈਣਾ ਵੀ ਇਹ ਇਕੱਲੇ ਭਾਰਤ ਤੱਕ ਨਹੀਂ ਸੀਮਿਤ, ਨਾ ਹੀ ਇਕੱਲੀ ਮੁਸਲਿਮ ਕਮਿਊਨਿਟੀ ਤੱਕ ਸੀਮਿਤ ਹੈ। ਹਰ ਇਨਸਾਫ ਪਸੰਦ ਲੋਕ ਜਿੰਨੇ ਵੀ ਲੋਕ ਨੇ ਉਹ ਸਾਰਿਆਂ ਨੂੰ ਇਹਦਾ ਬੜਾ ਹੀ ਸਗਮਾ ਪਹੁੰਚਿਆ, ਤੇ ਇਹ ਪੂਰੀ ਤਰ੍ਹਾਂ ਇੰਡੀਆ ਨੇ ਆਪਣਾ ਜਿਹੜਾ ਇੱਕ ਚਿਹਰਾ ਕਲੀਅਰ ਕਰਤਾ ਹੈ। ਮੈਂ ਸਮਝਦਾ ਵੀ 1984 ਵਿੱਚ ਸਿੱਖ ਆਲਰੇਡੀ ਇਹ ਸਾਰਾ ਕੁਝ ਭੁਗਤ ਚੁੱਕੇ ਨੇ, ਤੇ ਹੁਣ ਜੇ ਅਸੀਂ ਸਾਰੇ ਨਾ ਜਾਗੇ ਐਜ਼ ਅ ਹਿਊਮਨ, ਤੇ ਮੇਰੇ ਹਿਸਾਬ ਨਾਲ ਬੜਾ ਵੱਡਾ ਭਾਰਤ ਦੇ ਵਿੱਚ ਘਾਣ ਹੋਣ ਲੱਗਾ। ਜਿੱਥੇ ਅਖੰਡ ਭਾਰਤ ਦੀ ਗੱਲ ਕਰਦੇ ਨੇ, ਮੈਨੂੰ ਤੇ ਉਮੀਦ ਹੈ ਵੀ ਦੇ ਕਈ ਟੋਟੇ ਹੋਣੇ ਨੇ, ਤੇ ਇਹਦੇ ਨਾਲ ਮੁਸ਼ਕਿਲਾਂ ਵਧਣੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹਦੇ ਤੇ ਜ਼ਰੂਰ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਹੀ ਨੋਟਿਸ ਲੈਣਾ ਚਾਹੀਦਾ। ਈਵਨ ਕਿ ਵਰਲਡ ਸਿੱਖ ਪਾਰਲੀਮੈਂਟ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਹੈ
ਬਈ ਸਿੱਖਾਂ ਨੂੰ ਇਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਜੀ। ਤੇ ਮੈਂ ਸਗੋਂ ਉਹ ਪੰਜਾਬ ਦੀ ਜਿਹੜੀ ਅਸੈਂਬਲੀ ਹੈ ਉਹਨਾਂ ਦੇ ਮੈਂਬਰਸ ਨੂੰ ਵੀ ਕਹਾਂਗਾ ਵੀ ਪੰਜਾਬ ਅਸੈਂਬਲੀ ਤੋਂ ਵੀ ਇਹਦਾ ਵਿਰੋਧ ਕਰੋ। ਠੀਕ ਹੈ ਜੇ ਅਮਰੀਕਾ ਵਰਗੀ ਇੱਕ ਪਾਵਰਫੁਲ ਕੰਟਰੀ ਦਾ ਵਿਰੋਧ ਕਰਦੀ ਹੈ ਜੀ ਤੇ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਜਿਹੜੇ ਇਲੈਕਟਡ ਅਫੀਸ਼ੀਅਲਸ ਨੇ ਉਹਨਾਂ ਨੂੰ ਵੀ ਨਾਲ ਖਲੋਣਾ ਚਾਹੀਦਾ ਜੀ ਤੇ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ। ਹਾਂ ਦਾ ਨਾਰਾ ਜ਼ਰੂਰ ਮਾਰਨਾ ਚਾਹੀਦਾ ਇਹਦੇ ਖਿਲਾਫ। ਬਿਲਕੁਲ, ਮੈਂ ਚਾਹਾਂਗਾ ਕਿ ਟੀਵੀ ਸਕਰੀਨ ਦੇ ਉੱਤੇ ਕਾਜ਼ੀ ਸਾਹਿਬ ਨੂੰ ਲਿਆਇਆ ਜਾਵੇ ਤੇ ਕਾਜ਼ੀ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਇਸ ਬਿੱਲ ਨੂੰ ਔਰ ਮੁਸਲਿਮ ਭਾਈਚਾਰਾ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਵੇਖਦਾ ਇਸ ਬਿੱਲ ਨੂੰ? देखिए अलवले साहब, ये बिल जो है अगर गवर्नमेंट आसाम के लिए लेके आती CAB विच इज तो वहां तक तो ठीक था जी। आसाम में जरूरत थी इस बिल की कि भाई जो 19 लाख लोग हैं उनको किस तरह से क्लेरिफाई करके वहां पे NRC भी हुआ, उसको कवर करने के लिए CAB आया, फाइन था जी। लेकिन जब भारत सरकार ने NRC पूरे हिंदुस्तान में करने की बात करी तो उसमें सवाल खड़ा होता है कि जब हमारे प्राइम मिनिस्टर ये बोलते हैं कि सबका साथ सबका विकास जी, उसके बाद सबका विश्वास जी, तो इस वक्त क्वेश्चन मार्क जाता है भारत सरकार के ऊपर। ऑल्दो मैं पार्टी को बिलोंग भी करता हूँ और मोदी जी का हाई रिस्पेक्ट है और उनको मैंने इसीलिए देखा कि एक प्राइम मिनिस्टर जिसमें करने की चाहत है, लेकिन अब क्वेश्चन मार्क इस बात पे उठता है मोदी जी के ऊपर कि जिससे मैं सहमत नहीं हूँ। मैंने अमित शाह जी को भी मैंने मैसेज भेजा कि साहब इस बिल के ऊपर ये प्रॉब्लम करने वाला बिल है, इसको आप रीथिंक करिए, इसको इसमें अमेंडमेंट लेके आइए कि NRC की जरूरत हिंदुस्तान में नहीं जी, इसलिए नहीं है हिंदुस्तान में क्योंकि आपके पास सारे भारतीयों के पास, सारे इंडियंस के पास आधार कार्ड है, वोटर कार्ड है जी, दुनिया भर की आइडेंटिटी है जी, जहाँ पे पॉकेट्स के अंदर जहाँ पे आपके पास घुसपैठिया आए हुए हैं जिनको बोल रहे हैं आप बांग्लादेश से आए, जी, उनको आप महदूद करके आपके पास इंटेलिजेंस है, आपके पास फोर्सेज है, उनको आप आइडेंटिफाई करें और उनको निकाल दें जी, और चलो आप जैसे अमेरिका में हम रहते हैं, अमेरिका के अंदर ये है कि आप सबको पॉलिटिकल असाइलम मिलता है, जो लोग प्रोसिक्यूटेड होते हैं उनकी जात धर्म नहीं देखी जाती जी, उनको दिया जाता है। भारत भी उसी तरह से महान बनना चाहता है और बनना चाहिए। जी। अगर अफगानिस्तान, पाकिस्तान और बांग्लादेश के अंदर हिंदू भाई हैं, क्रिश्चियंस हैं और सरदार हैं, अगर वो आना चाहते हैं आप बिल्कुल दीजिए, वेलकम करिए उनका और उनको आप सिटीजनशिप दीजिए, देयर इज नो प्रॉब्लम एट ऑल। राइट। लेकिन जब आप सेक्शन 14 का जो कॉन्स्टिट्यूशन में सेक्शन 14 है, आर्टिकल 14 है, उस आर्टिकल 14 के अंदर आप ये कास्ट क्रीड का नहीं है उसमें। आपको अगर आप 6 आपने बोला था, आप 7 बोल देते, चाहे देते नहीं 7 को, ठीक है, लेकिन उससे क्या होता कि कम से कम हमारी कम्युनिटी जुड़ी रहती। आप बोलते भाई जो भी परसिक्यूटेड है हमारी कंट्रीज में, हम उनको पॉलिटिकल असाइलम देते, तो उससे छवि कह जाती सबका विकास जी और सबका साथ। बिल्कुल, अगर आप बिल्कुल बिल्कुल इंटेंशनली आप मुसलमान को आप छोड़ रहे हैं जी, तो उससे क्वेश्चन मार्क हो जाता है आपके विकास के नारे के ऊपर, जी जी और जी, सबके जी, साथ के नारे के ऊपर। बिल्कुल। तो हिंदुस्तान में अभी NRC, अगर पूरे दुनिया में, पूरे हिंदुस्तान में NRC इज नॉट बैड। अगर मैं बोलना चाहूँ कि अगर लोगों को आइडेंटिफाई करके उनको एक कंट्री के अंदर एक नाम, नंबर, सारी चीजें हो जाए, ठीक है जी, लेकिन जब NRC के अंदर आप करेंगे, एक तो पैसा कहाँ से आएगा, दूसरी बात जो झुग्गी में पैदा हुआ, झुग्गी में मरा, झुग्गी के अंदर उसके पास कोई डॉक्यूमेंट नहीं है, देयर इज नथिंग डॉक्यूमेंट। वो मुसलमान है, 4 हिंदू हैं और 1 मुसलमान है, 4 हिंदू को CAB से हिसाब से उनको तो नागरिकता मिल गई। ये जो हिंदुस्तान में इसका बाप दादा पैदा हुआ जी, और इसके पास डॉक्यूमेंट नहीं है, तो इसको क्या करेंगे, इसको आप CAB से तो लेंगे नहीं आप इसको, जी, इसको जी। आप डिटेंशन सेंटर में डाल देंगे। ਅਹਿਮ ਗੱਲ ਹੈਗੀ ਹੈ, ਅਹਿਮ ਗੱਲ ਹੈਗੀ ਕਾਜ਼ੀ ਜੀ, ਮੈਂ ਉਹਨਾਂ ਦੇ ਉੱਤੇ ਵੀ ਵਿਚਾਰ ਤੁਹਾਡੇ ਨਾਲ ਜ਼ਰੂਰ ਕਰਾਂਗਾ। ਮੇਰੇ ਨਾਲ ਡੀ ਕਾਰਲੇਕਰ ਮੌਜੂਦ ਨੇ, RSS ਦੇ ਜਾਣਕਾਰ। ਡੀ ਕਾਰਲੇਕਰ ਜੀ, ਮੈਨੂੰ ਲੱਗਦਾ ਮੈਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ, 2 ਪੈਨਲਿਸਟ ਨੇ ਗੱਲ ਇਸ ਮੰਚ ਦੇ ਉੱਤੇ ਰੱਖ ਦਿੱਤੀ ਹੈ। ਮੈਂ ਤੁਹਾਡੇ ਓਪਨਿੰਗ ਕਮੈਂਟ ਜਾਨਣਾ ਚਾਹਾਂਗਾ। सत श्री अकाल एवरीवन। सबसे पहले सिटीजनशिप अमेंडमेंट एक्ट ये 1955 में सबसे पहले इसको पास किए थे जी, एंड देन उसके बाद में उसमें 3 अमेंडमेंट्स भी हुए। व्हाट इज रिलीजियस प्रोसिक्यूशन?
राइट? अगर आप बोलते हो कि परसिक्यूटेड माइनॉरिटी का डेफिनेशन क्या होता है, राइट? रिलीजियस परसिक्यूशन इज डिफाइंड एज अ वायलेंस और अ डिस्क्रिमिनेशन अगेंस्ट रिलीजियस माइनॉरिटीज। जी ठीक है, इसका मतलब क्या हुआ कि अगर आप रिलीजन माइनॉरिटीज में हो, उनके खिलाफ अगर वायलेंस हो रहा हो, तो दैट इज फॉल्स अंडर रिलीजियस परसिक्यूशन। राइट ठीक है, भारत इज अ सेकुलर स्टेट, जी वी डू नॉट हैव अ रिलीजन फॉर भारत, इंडिया को बोल रहे हैं। ये जो किस कंट्रियों से ये बिल पास किए हैं, कैप बिल, जिसको सिटीजनशिप एक्ट कहते हैं, कौन सी 3 कंट्रीज में आप बोल रहे हो? आप पाकिस्तान, अफगानिस्तान और जी बांग्लादेश। जी ठीक है, all these 3 countries have a religion for the state, जी which is Islam। ठीक है, तो ये तीनों कंट्रियों में इस्लाम धर्म is the main religion। दे आर इन मेजॉरिटी जी तो हमें मेजॉरिटी छोड़ दिया, जी मेजॉरिटी कुछ भी हो, लेकिन they have an Islam in religion। ठीक है when you have an Islam as a religion, जब आप इस्लाम को आपने रिलीजन बना लिया, you cannot discriminate one Muslim against another Muslim, that's number 1। तो उसमें रिलीजियस माइनॉरिटी हो गई नॉन मुस्लिम काफिर, राइट? वो हो गए माइनॉरिटीज। ठीक है, Karlekar ji, जब भी before we go further, I have one question for you. Why only Bangladesh, Afghanistan and Pakistan? Why not Sri Lanka, Bhutan, Myanmar, Nepal, the other countries which are the neighboring countries to India? Great country, great question. We have on the record, we have taken Sri Lankan Hindu refugees in the war, and that was only meant for the Sri Lankan refugees. We have also taken refugees from Nepal, right? We have also taken refugees from Burma. तो ऐसा नहीं हमने नहीं लिए। This is not the first time the law is implemented. This is for But the will you 10th take time Muslims from Sri Lanka? Will you take Muslims from, because they are in minority in Sri Lanka? Will you take Muslims from Myanmar, Bhutan, Nepal? नहीं हलवाले साहब, यहाँ पे ये क्वेश्चन नहीं है। हाँ Will you take the Muslim from the different countries? No, that is not the question। जी ये कंफ्यूजन जो है वो क्वेश्चन इसका नहीं है कि will you take the Muslim from there। जी मुस्लिम को आने की जरूरत नहीं है, वो अपनी मेजोरिटी के अंदर वो क्यों आएगा? जी जो आएगा घुसपैठिया है, आपके पास पुलिस है, आर्मी है, उसको लात मार के भगा दो, दैट्स नो प्रॉब्लम एट ऑल। जी जी वो आपकी कंट्री को बिलोंग नहीं करता, ही शुड नॉट बी इन योर कंट्री। जी द क्वेश्चन इज दिस जी। कि भाई जब हमारी कंट्री की हालात इतने खराब हैं इकोनॉमिकली, अब जैसे कि डिमाइटेशन हुआ था, बगैर सोच समझे वाला काम था, ये दोबारा इसको डिमाइटेशन की तरह इसको इस्तेमाल किया। करेक्ट। थोड़ा सा गवर्नमेंट को सोचना चाहिए, काजी जी थोड़ा सा समझना चाहिए कि इसका इम्पैक्ट बिग नंबर पे क्या पड़ेगा। अब क्या हो गया, डिवीजन हो गया। because we can see that division, Kazi ji, I agree with your point. We can see that division. We do have that video clips, we do have that footage, we do have that resources which they are coming from India ਤੋਂ ਸਾਨੂੰ ਸਾਰੀਆਂ ਫੁਟੇਜਾਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਹਨ ਔਰ ਬਕਾਇਦਾ ਜਿਹੜੀ ਅਸੀਂ ਟੀਵੀ ਸਕਰੀਨ ਦੇ ਉੱਤੇ ਵੀ ਰੱਖੀ ਹੈ। ਮੈਂ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗਾ। ਮੇਰੇ ਨਾਲ ਪੈਨਲਿਸਟ ਜਿਹੜੇ ਨੇ ਉਹ ਮੌਜੂਦ ਨੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ। ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਲਵਾਂਗਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ। ਮਿਲਦੇ ਆ ਬ੍ਰੇਕ ਤੋਂ ਬਾਅਦ। ਤੇ ਨਾਗਰਿਕਤਾ ਸੋਧ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਭਾਰਤ ਦੇ ਵਿੱਚ, ਉਹਦੇ ਉੱਤੇ ਵਿਚਾਰ ਅਸੀਂ ਕਰ ਰਹੇ ਹਾਂ। ਮੇਰੇ ਨਾਲ ਫੋਨ ਲਾਈਨ ਦੇ ਉੱਤੇ ਸੁਰਨਜੀਤ ਸਿੰਘ ਖਾਲਸਾ ਕਨੈਕਟੀਕਟ ਤੋਂ ਹਿਊਮਨ ਰਾਈਟ ਐਕਟਿਵਿਸਟ ਉਹ ਮੌਜੂਦ ਹਨ। ਮੇਰੇ ਨਾਲ ਜੁਨੇਦ ਕਾਜ਼ੀ ਹਿਊਮਨ ਰਾਈਟ ਐਕਟਿਵਿਸਟ ਮੁਸਲਿਮ ਭਾਈਚਾਰੇ ਦੇ ਪੱਖੋਂ ਉਹ ਮੇਰੇ ਨਾਲ ਮੌਜੂਦ ਹਨ। ਡੀ ਕਾਰਲੇਕਰ ਮੇਰੇ ਨਾਲ ਮੌਜੂਦ ਹਨ, RSS ਦੇ ਜਾਣਕਾਰ। ਤੇ ਗੱਲ ਹੋ ਰਹੀ ਸੀਗੀ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਔਰ ਨਾਰਾ ਦਿੱਤਾ ਸੀਗਾ ਦੇਸ਼ ਦੇ ਵਿੱਚ ਜਦ ਉਹਨਾਂ ਦੀ ਸਰਕਾਰ ਹੋਂਦ ਦੇ ਵਿੱਚ ਆਈ ਸੀਗੀ, सबका साथ सबका विकास। कि वाकई ही ज़मीनी पद्धर ते उत्थे काम हो रहा, कि वाकई ही उत्थे मानव अधिकारों की उलंघना जिहड़ी है वो नहीं हो रही है। यह भाव यह गल खुद आप प्रधानमंत्री मोदी वालों दिते गए सीगे। मेरे नाल डी कार्लेकर जी मौजूद ने, RSS के जानकार। मैं उन्होंने तो यह सवाल लेना चाहांगा। कार्लेकर जी, जेकर असीं हुण भारत दे विच वख-वख स्टेटां की गल करिए
ਤਾਂ ਉੱਥੇ ਸਾਨੂੰ ਸਾਰੇ ਪ੍ਰਤੀਕਰਮ ਔਰ ਸਾਰੇ ਰੋਜ਼ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਜਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਨੇ ਜਾਮੀਆ ਇਸਲਾਮੀਆ ਦੇ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤੀ, ਕਿ ਵਾਕਈ ਹੀ ਉਹ ਵਾਜਿਬ ਸੀਗੀ, ਕਿ ਉਹ ਵਾਕਈ ਹੀ ਉਹਦੀ ਲੋੜ ਪਈ ਸੀਗੀ, ਜਿਸ ਕਰਕੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਸ਼ਰੇਆਮ ਜਿਹੜੀ ਕਾਨੂੰਨ ਦੀ ਧੱਜੀਆਂ ਉਡਾਈਆਂ ਗਈਆਂ ਦਿੱਲੀ ਪੁਲਿਸ ਵੱਲੋਂ। ਔਰ ਇਹ ਤੱਕ ਵੀ ਇਲਜ਼ਾਮ ਲੱਗ ਰਹੇ ਹਨ ਕਿ ਦਿੱਲੀ ਪੁਲਿਸ ਦੇ ਵਿੱਚ ਮੌਜੂਦ ਸੀਗੇ ABVP ਦੇ ਵਿਦਿਆਰਥੀ, ਜਿਨ੍ਹਾਂ ਨੇ ਦਿੱਲੀ ਪੁਲਿਸ ਦੀ ਵਰਦੀ ਬਕਾਇਦਾ ਤੌਰ ਦੇ ਉੱਤੇ ਪਹਿਨੀ ਹੋਈ ਸੀਗੀ ਔਰ ਥੱਲੇ ਉਹਨਾਂ ਨੇ ਸਿਵਲ ਡਰੈਸ ਪਹਿਨੀ ਹੋਈ ਸੀਗੀ, ਔਰ ਉਹਨਾਂ ਨੇ ਵੀ ਮੁਸਲਿਮ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਕੀਤਾ। देखिएगा, पहली बात, ये जो आप कह रहे हैं इसमें जरा भी तथ्य नहीं है, ठीक है। पुलिस अपना काम करेगी। जब भी लोग जान, सुरक्षा और जो भी कुछ होगा, आप स्टूडेंट हो, आप कॉलेज जाते हो, पढ़ने के लिए जाते हो, देयर इज अ वे टू प्रोटेस्ट। शांतता से आप प्रोटेस्ट कर लो, जैसे हमारे केजरीवाल जी धरना देके बैठ लेते हैं और लोग बात की बात भी सुनते हैं, वैसे आप करें, कोई प्रॉब्लम नहीं। लेकिन जब आप आग लगाओगे, आग ਜਿਹੜੀ ਹੈਗੀ ਹੈ ਕਾਰਲੇਕਰ ਜੀ, मैं यूनिवर्सिटी की बात नहीं कर रहा हूं, मैं ਕਾਰਲੇਕਰ ਜੀ ਜਿਹੜੀ ਅੱਗ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਅੱਗ ਦੀ ਵੀਡੀਓ ਵੀ ਮਨੀਸ਼ ਸਿਸੋਦੀਆ ਜੋ ਕਿ ਉਪ ਮੁੱਖ ਮੰਤਰੀ ਹਨ, ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਜਨਤਕ ਕੀਤੀ ਹੈ ਕਿ ਅੱਗ ਵੀ ਜਿਹੜੀ ਹੈ ਪੁਲਿਸ ਵੱਲੋਂ ਲਾਈ ਗਈ ਹੈ, ਖੁਦ ਆਪ ਇੰਸਟੀਗੇਟ ਕੀਤਾ ਗਿਆ ਹੈ ਪੁਲਿਸ ਵੱਲੋਂ, ਔਰ ਉਹਦਾ ਇਲਜ਼ਾਮ ਜਿਹੜਾ ਹੈਗਾ ਉਹ ਬੱਚਿਆਂ ਦੇ ਉੱਤੇ ਲਾਇਆ ਜਾ ਰਿਹਾ ਹੈ। ਫਿਰ ਉਹਦੇ ਬਾਵਜੂਦ ਬੱਚੇ ਅਗਰ ਆਪਣੇ ਸ਼ਾਂਤੀਮਈ ਢੰਗ ਦੇ ਨਾਲ ਉੱਥੇ ਅਗਰ ਰੋਜ਼ ਮੁਜ਼ਾਹਰੇ ਕਰ ਰਹੇ ਹਨ, ਫਰੀडम ਆਫ ਸਪੀਚ ਦੀ ਅਸੀਂ ਭਾਰਤ ਦੇ ਵਿੱਚ ਗੱਲ ਕਰਦੇ ਹਾਂ, ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ, ਲੇਕਿਨ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਹ ਖੁਦ ਆਪ ਉਪ ਮੁੱਖ ਮੰਤਰੀ ਦਿੱਲੀ ਦੇ ਉਹਨਾਂ ਨੇ ਟਵੀਟ ਕਰਕੇ ਬਕਾਇਦਾ ਜਾਣਕਾਰੀ ਦਿੱਤੀ ਹੈ। ਇਹ ਵੀ ਕਿਹਾ ਗਿਆ ਕਿ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਕੁੱਟਿਆ ਜਾ ਰਿਹਾ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਉਹਨਾਂ ਨੂੰ ਤੁਸੀਂ ਬਕਾਇਦਾ ਤੌਰ ਦੇ ਉੱਤੇ ਕਾਫੀ ਸਾਰੀਆਂ ਸੱਟਾਂ ਵੀ ਪਹੁੰਚੀਆਂ ਹਨ। ਕਾਰਲੇਕਰ ਜੀ, ਮੈਂ ਦਰਸ਼ਕਾਂ ਦੇ ਸਾਹਮਣੇ ਉਹ ਮੋਹਿਤ ਜਿਹੜਾ ABVP ਦਾ ਵਿਦਿਆਰਥੀ ਹੈਗਾ, ਮੈਂ ਆਪਣੀ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਉਹ ਤਸਵੀਰ ਜਿਹੜੀ ਹੈ ਬਕਾਇਦਾ ਤੌਰ ਦੇ ਉੱਤੇ ਸਾਹਮਣੇ ਰੱਖੀ ਜਾਵੇ। ਅਸੀਂ ਇਸ ਤਸਵੀਰ ਦੇ ਵਿੱਚ ਵੇਖ ਸਕਦੇ ਹਾਂ ਕਿ ਇਹ ਵਿਦਿਆਰਥੀ ABVP ਦਾ, ਜਿਹਨੂੰ ਅਖਿਲ ਭਾਰਤੀ ਵਿਧਾਨ ਪਰਿਸ਼ਦ ਕਿਹਾ ਜਾਂਦਾ, ਉਹ ਇਸ ਭੀੜ ਦੇ ਵਿੱਚ ਸ਼ਾਮਿਲ ਹੁੰਦਾ। ਉਹਦੇ ਹੱਥ ਦੇ ਵਿੱਚ ਜ਼ਰੂਰ ਅਸੀਂ ਵੇਖਦੇ ਹਾਂ ਸੋਟਾ ਵੀ ਹੈਗਾ, ਔਰ ਉਹ ਬੱਚਿਆਂ ਦੇ ਨਾਲ ਕੁੱਟਮਾਰ ਕਰਦਾ ਹੋਇਆ ਨਜ਼ਰ ਵੀ ਆਇਆ, ਔਰ ਉਹਨੇ ਕਈ ਸਾਰੇ ਬੱਚੇ ਫੱਟੜ ਵੀ ਕੀਤੇ। ਸਵਰਨਜੀਤ ਸਿੰਘ ਜੀ, ਇਸ ਮੁਤਲਕ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਇੰਡੀਆ ਇਸ ਟਾਈਮ ਕਿਹੜੀ ਡਾਇਰੈਕਸ਼ਨ ਵੱਲ ਵੱਧ ਰਿਹਾ, ਤੇ ਅਸੀਂ ਪਾਣੀ ਵਿੱਚ ਮਧਾਣੀ ਨਾ ਰੱਖੀਏ। ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਪੂਰੀ, ਅਸੀਂ ਜੇ ਟ੍ਰੇਲ ਫੋਲੋ ਕਰੀਏ, ਪਹਿਲੇ ਕਸ਼ਮੀਰ ਦਾ ਜੋ ਹੋਇਆ, ਅੱਜ ਵੀ 8 ਮਿਲੀਅਨ ਲੋਕ ਉੱਥੇ ਕੈਦ ਦੇ ਵਿੱਚ ਨੇ। ਫਿਰ ਬਾਬਰੀ ਮਸਜਿਦ ਦਾ ਆਂਦਾ ਜੀ, ਉਹਦੇ ਵਿੱਚ ਸਿੱਖਾਂ ਨੂੰ ਵੀ ਕਲਟ ਕਿਹਾ ਜਾਂਦਾ। ਹੁਣ ਇਹ ਬਿੱਲ ਨੂੰ ਦੇਖ ਲਓ, ਇੱਕ ਪਾਸੇ ਤੁਸੀਂ ਦੇਖ ਲਓ ਵੀ ਮੰਗੂ ਮੱਠ ਗੁਰਦੁਆਰਾ ਸਾਹਿਬ ਢਾਇਆ ਜਾ ਰਿਹਾ, ਗਿਆਨ ਗੋਦਰੀ ਢਾਇਆ ਜਾ ਰਿਹਾ, ਸਿੱਖਾਂ ਦੀ ਹਿਸਟਰੀ ਰੇਜ਼ ਕੀਤੀ ਜਾ ਰਹੀ ਹੈ। ਸੋ ਮਿਨੋਰਟੀਜ਼ ਆਰ ਔਨ ਥ੍ਰੈਟ ਇਨ ਇੰਡੀਆ ਰਾਈਟ ਨਾਓ, ਤੇ ਇਹਦੇ ਵਿੱਚ ਕੋਈ ਸਦਭਾਵਨਾ ਨਾਲ ਇਹ ਬਿੱਲ ਆਇਆ ਹੁੰਦਾ, ਯੂਨਾਈਟਿਡ ਨੇਸ਼ਨ ਇਹਦਾ ਵਿਰੋਧ ਨਾ ਕਰਦਾ, ਐਮਨੈਸਟੀ ਇੰਟਰਨੈਸ਼ਨਲ ਇਹਦਾ ਵਿਰੋਧ ਨਾ ਕਰਦੀ, ਨਾਲੇ ਉਹ ਕੰਟਰੀ ਜਿਹਨੇ ਆਲਰੇਡੀ ਰਿਲੀਜੀਅਸ ਪਰਸੀਕਿਊਸ਼ਨ ਕੀਤੀ ਹੋਈ ਹੈ। 1984 ਦੇ ਵਿੱਚ ਸਿੱਖ ਜੈਨੋਸਾਈਡ ਕੀਤਾ, 2002 ਦੇ ਵਿੱਚ ਗੁਜਰਾਤ ਦੇ ਵਿੱਚ ਜੋ ਹੋਇਆ ਕਿਸੇ ਨੂੰ ਭੁੱਲਿਆ ਨਹੀਂ। ਸੋ ਮੈਂ ਸਮਝਦਾ ਉਸ ਕੰਟਰੀ ਵੱਲੋਂ ਇਹੋ ਜਿਹੇ ਬਹਾਨੇ ਲਗਾਉਣੇ ਕਿਸੇ ਨੂੰ ਵੀ ਹਜਮ ਨਹੀਂ ਹੋ ਰਹੇ। ਈਵਨ ਕਿ ਪ੍ਰੈਜ਼ੀਡੈਂਟ ਓਬਾਮਾ ਦਾ ਵੀ ਬਿਆਨ ਆਇਆ ਲੇਟੈਸਟ, ਵੀ ਉਹਨਾਂ ਨੇ ਪ੍ਰਾਈਵੇਟਲੀ ਮੋਦੀ ਨੂੰ ਕਾਲ ਕੀਤੀ ਹੈ, ਤੇ ਉਹਨਾਂ ਨੇ ਕਿਹਾ ਵੀ ਇੰਡੀਆ ਸ਼ੁੱਡ ਨਾਟ ਬੀ ਡਿਵਾਈਡਡ ਔਨ ਰਿਲੀਜੀਅਸ ਲਾਈਨ। ਈਵਨ ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਪਹਿਲੇ ਇੰਡੀਆ ਗਏ ਵੀ ਸੀ, ਇਹ ਵਾਈਟ ਹਾਊਸ ਦੀ ਵੈਬਸਾਈਟ ਤੇ ਪਿਆ ਹੋਇਆ, ਜਦੋਂ ਸਿੱਖਾਂ ਨੇ ਪਟੀਸ਼ਨ ਵੀ ਲਗਾਈ ਸੀ ਧਾਰਾ 25B ਦੇ ਖਿਲਾਫ, ਤਾਂ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਸੀ ਵੀ ਜੇ ਇੰਡੀਆ ਨਾ ਸੁਧਰਿਆ, ਇਟ ਵਿਲ ਬੀ ਸਪਲਿੰਟਰਡ ਅਮੰਗ ਲਾਈਨਸ ਆਫ ਰਿਲੀਜਨ। ਸੋ ਮੇਰੇ ਹਿਸਾਬ ਨਾਲ ਐਜ਼ ਅ ਅਮਰੀਕਨ ਸਿਟੀਜ਼ਨ ਜਾਂ ਐਜ਼ ਅ ਹਿਊਮਨ ਰਾਈਟ ਐਕਟਿਵਿਸਟ, ਸਾਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਨੇ ਵੀ ਇਸ ਟਾਈਮ ਇੰਡੀਆ ਕਿਸ ਏਜੰਡੇ ਤੇ ਕੰਮ ਕਰ ਰਿਹਾ ਹੈ। 900 ਤੋਂ ਉੱਤੇ ਸਾਇੰਟਿਸਟ ਤੇ ਸਕਾਲਰਸ ਨੇ ਓਪਨ ਲੈਟਰ ਲਿਖੀਆਂ ਨੇ ਵੀ ਇਹ ਜਿਹੜੀ ਸਿਟੀਜ਼ਨ ਅਮੈਂਡਮੈਂਟ ਬਿੱਲ ਹੈ, ਇਹਨੂੰ ਡਿਮੋਲਿਸ਼ ਕੀਤਾ ਜਾਵੇ। ਠੀਕ ਹੈ, ਮੈਂ ਸਮਝਦਾ ਵਰਲਡ ਨੂੰ ਇਸ ਟਾਈਮ ਪੂਰਾ ਕਲੀਅਰ ਹੈ ਕੀ ਹੋ ਰਿਹਾ। ਡੈਮੋਕ੍ਰੇਸੀ ਜੁਨੇਦ ਕਾਜ਼ੀ ਜੀ, ਤੁਸੀਂ ਇਸ ਸਵਰਨਜੀਤ ਜੀ ਦੀ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ? ਹਾਂਜੀ,
जुनेद काजी जी। स्वरण सिंह जी बिल्कुल सही बोल रहे हैं और इस बात में कोई दो राय नहीं है कि इस वक्त इंडिया को जिस तरह से चलना चाहिए था, क्योंकि सारा मैंडेट मोदी जी के साथ था, भारतीय जनता पार्टी के साथ था। भारतीय जनता पार्टी इसको बहुत अच्छी तरीके से इंडिया को एक ग्रेट नेशन बना सकती थी और उनके पास अभी भी 4.5 साल है जी, और 4.5 साल के अंदर मोदी जी खड़े हुए बिल्कुल, और मोदी जी बोले कि मैं सबका साथ सबका विकास की बात कर रहा था, ये बिल वापस ले और इसको अमेंड करें। मैं हुण अपनी फोन लाइन्स अपने दर्शकों लिए खोल रहा ਤੇ मैं अपने दर्शकों ਨੂੰ भी अपील करांगा कि ਉਹ ਵੀ ਸਾਨੂੰ ਕਾਲ ਕਰਨ ਤੇ ਅਸੀਂ ਆਪਣੀ ਪਹਿਲੀ ਕਾਲ ਲੈ ਲਈ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਸ਼ਿਕਾਗੋ ਤੋਂ ਰਸ਼ਪਾਲ ਸਿੰਘ ਬੋਲ ਰਿਹਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਸ਼ਪਾਲ ਸਿੰਘ ਜੀ, ਕੀ ਹਾਲ ਹੈ ਤੁਹਾਡਾ, ਕੀ ਪ੍ਰਤੀਕਰਮ ਨੇ ਤੁਹਾਡੇ? ਆਰਐਸ ਦੇ ਜਿਹੜੇ ਆਏ ਹੈ ਡੀ ਕਾਰਲੇਕਰ ਜੀ 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 ਇਹਨਾਂ ਨੇ ਉਹ ਕੁਐਸਚਨ ਕੀਤਾ ਵੀ ਜਿਹੜੀਆਂ ਇਹ ਤਿੰਨ ਕੰਟਰੀਆਂ ਸੀ, ਅਫਗਾਨਿਸਤਾਨ, ਬੰਗਲਾਦੇਸ਼ ਤੇ ਪਾਕਿਸਤਾਨ ਜੀ, ਵੀ ਇਹ ਵਿੱਚ ਜਿਹੜੀ ਮੈਜੋਰਟੀ ਹੈ ਉਹ ਮੁਸਲਮਾਨਾਂ ਦੀ ਹੈ, ਇਸ ਕਰਕੇ ਜਿਹੜੀਆਂ ਮਾਈਨੋਰਟੀਜ਼ ਹੈ ਜੀ ਇਹ ਉੱਥੇ ਉਹ ਟਰਬਲ ਚ ਔਰ ਉਹ ਇਸ ਕੰਟਰੀਆਂ ਨੂੰ ਛੱਡ ਕੇ ਕਰੈਕਟ ਜੀ ਜੀ। ਪਰ ਇਹਨਾਂ ਨੇ ਅੱਗੋਂ ਇਹ ਵੀ ਗੱਲ ਕਹੀ ਵੀ ਇਹਨਾਂ ਲੋਕਾਂ ਨੂੰ ਅਸੀਂ ਤਾਂ ਲੈ ਰਹੇ ਹਾਂ ਕਿਉਂਕਿ ਜਿਹੜੀ ਉੱਥੋਂ ਦੀ ਗਵਰਨਮੈਂਟਸ ਹੈ ਮੌਕੇ ਦੀਆਂ ਜੀ ਉਹ ਇਹਨਾਂ ਲੋਕਾਂ ਨਾਲ ਤਸ਼ੱਦਦ ਕਰਦੀਆਂ। ਠੀਕ ਹੈ, ਹਾਂ। ਹੁਣ ਮੇਰਾ ਕੁਐਸਚਨ ਇਹਨਾਂ ਨੂੰ ਇਹ ਹੈ, ਮੈਂ ਇਹਨਾਂ ਨੂੰ 2 ਸਵਾਲ ਪੁੱਛਣਾ ਚਾਹੁੰਦਾ ਜੀ। ਜਦੋਂ ਮੋਦੀ ਸਾਹਿਬ ਚੀਫ ਮਿਨਿਸਟਰ ਸੀਗੇ ਗੁਜਰਾਤ ਦੇ ਜੀ, ਉਦੋਂ ਉੱਥੇ ਸ਼ਹਿਰ ਦਾ ਮੈਨੂੰ ਨਾਂ ਨਹੀਂ ਯਾਦ, ਜਿੱਥੇ ਉਹ 200 ਮੁਸਲਮਾਨ ਮਰ ਗਏ ਸੀ ਜੀ, ਔਰ ਉਦੋਂ ਬੜੇ ਵੇਖੋ 200 ਆਦਮੀ ਇੱਕ ਦਿਨ ਚ ਮਰ ਜਾਣਾ ਬੜੀ ਵੱਡੀ ਗੱਲ ਹੈ ਜੀ ਜੀ। ਔਰ ਦੁਬਾਰਾ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਜੀ ਜਦੋਂ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਇੰਨੇ ਲੋਕ ਮਰੇ ਤੇ ਉਹ ਵੀ ਗਵਰਨਮੈਂਟ ਨੇ ਕੰਮ ਕਰਾਇਆ ਜੀ, ਔਰ ਉੱਥੇ ਗੁਜਰਾਤ ਚ ਵੀ ਕਰਾਇਆ। ਇਹ ਉਸ ਨੂੰ ਕੀ ਦੱਸਣਗੇ? ਠੀਕ ਹੈ, ਮੈਂ ਇਸ ਸਵਾਲ ਦਾ ਜਵਾਬ ਲਵਾਂਗਾ ਡੀ ਕਾਰਲੇਕਰ ਜੀ ਹੋਰਾਂ ਤੋਂ। ਮੈਂ ਫਿਲਹਾਲ ਇੱਥੇ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ ਕਿਉਂਕਿ ਮੈਨੂੰ ਇੱਥੇ ਸਮਾਂ ਜਿਹੜਾ ਹੈ ਇਜਾਜ਼ਤ ਸਿਰਫ ਇੱਕ ਨਿੱਕੇ ਜਿਹੇ ਵਕਫੇ ਲਈ ਰੋਕ ਰਿਹਾ। ਜਦ ਆਵਾਂਗਾ ਮੈਂ ਇਸ ਸਵਾਲ ਦਾ ਜਵਾਬ ਲਵਾਂਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ब्रेक तो बाद साढ़े सारे दर्शकों का स्वागत है। मेरे नाल काफ़ी सारे कॉलर जुड़े हुए हैं, उन्होंने पहले असीं सवाल लै लीए किहदे नाल हैगे ने, फिर असीं जवाब भी लै लांगे। सत श्री अकाल जी, तुसीं ऑन एयर हो, कौन बोल रहे हो, कित्थों बोल रहे हो? ਅਸੀਂ ਭਾਈ ਸਿੰਦਰ ਸਿੰਘ ਬੋਲ ਰਿਹਾ ਜੀ। ਮੈਂ जी सुरिंदर सिंह जी। ਭਾਜੀ ਪ੍ਰੋਗਰਾਮ ਬਹੁਤ ਵਧੀਆ ਹੈ ਜੀ, ਤੁਹਾਡਾ ਬਹੁਤ ਰਿਸਪੈਕਟ ਕਰਦਾ। ਇਹਨੂੰ ਨਾ ਲੈ ਕੇ ਆਇਆ ਕਰੋ ਜੀ ਆਰਐਸਐਸ ਵਾਲੇ ਨੂੰ। ਜੀ 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 ਪਲੀਜ਼ ਸਾਡੀ ਬੇਨਤੀ ਹੈ, ਤੁਹਾਡਾ ਇਹਦੀ ਪ੍ਰੋਗਰਾਮ ਸੁਣਨਾ ਜੀ ਮੇਰਾ ਜੀ। ਜਿਹੜੀ ਜਿਨ੍ਹਾਂ ਦੇ ਨਾਲ ਸੰਬੰਧਿਤ ਹੈਗਾ ਅਗਰ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਆਵਾਂਗੇ, ਬੰਦਾ ਜੀ ਗਈ ਗੱਲ ਸੁਣਾਈ ਦਿੰਦਾ। ਤੁਸੀਂ ਦੇਖੋ ਟੀਵੀ ਕਿੱਦਾਂ ਸਾਡੇ ਬੱਚਿਆਂ ਨੂੰ ਕੁੱਟ ਰਹੇ, ਜਿਹਨਾਂ ਨਾਲ ਸੰਬੰਧਿਤ ਮੁੱਦੇ ਹੈਗੇ ਨੇ, ਅਗਰ ਅਸੀਂ ਉਹਨਾਂ ਨੂੰ ਹੀ ਟੀਵੀ ਸਕਰੀਨ ਤੇ ਨਹੀਂ ਲੈ ਕੇ ਆਵਾਂਗੇ ਜਾਂ ਨਹੀਂ ਲੈ ਕੇ ਆਵਾਂਗੇ, ਫਿਰ ਅਸੀਂ ਘਰ ਬਹਿ ਕੇ ਹੀ ਸਿਰਫ ਸਾਰੇ ਮਸਲਿਆਂ ਦੇ ਹੱਲ ਨਹੀਂ ਕਰ ਸਕਦੇ ਨਾ। ਅਸੀਂ ਉਹਨਾਂ ਨੂੰ ਮੰਚ ਦੇ ਉੱਤੇ ਲਿਆਉਣਾ, ਟੇਬਲ ਦੇ ਉੱਤੇ ਉਹਨਾਂ ਨੂੰ ਟੇਬਲ ਟਾਕ ਕਰਾਉਣੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਔਰ ਜਦ ਤੱਕ ਅਸੀਂ ਨਹੀਂ ਕਰਾਂਗੇ ਟੇਬਲ ਟਾਕ, ਤਾਂ ਫਿਰ ਕਿਵੇਂ ਅਸੀਂ ਆਪਣੇ ਮਸਲੇ ਸੁਲਝਾਉਂਗੇ? ਜਦ ਤੁਸੀਂ ਬੈਠੇ ਬੈਠੇ ਹੀ ਉਹਨਾਂ ਦੀ ਗੱਲਾਂ ਨੂੰ ਕਹਿੰਦੇ ਕਿ ਅੱਜ ਆਰਐਸਐਸ ਇਹ ਕਰਦੀ ਹੈ ਉਹ ਕਰਦੀ ਹੈ। ਅਸੀਂ ਇਸ ਮੰਚ ਦੇ ਉੱਤੇ ਉਹਨਾਂ ਨੂੰ ਲੈ ਕੇ ਆਏ ਹਾਂ। ਤੁਸੀਂ ਸਵਾਲ ਪੁੱਛ ਸਕਦੇ ਹੋ, ਤੁਸੀਂ ਆਪਣੇ ਪ੍ਰਤੀਕਰਮ ਰੱਖ ਸਕਦੇ ਹੋ, ਇਸ ਕਰਕੇ ਉਹਨਾਂ ਨੂੰ ਇਸ ਮੰਚ ਦੇ ਉੱਤੇ ਲਿਆਇਆ ਜਾਂਦਾ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ, ਗੁਰਵਿੰਦਰ ਗਿੱਲ ਜੀ। ਜੀ ਗੁਰਵਿੰਦਰ ਗਿੱਲ ਜੀ। ਹਾਂਜੀ ਵੀਰ ਜੀ, ਗੱਲ ਆ ਜਿਹੜਾ ਕਾਨੂੰਨ ਆ ਨਾ ਵੈਸੇ ਬਣਾਇਆ ਜਾਂਦਾ ਹੈ ਬੜੀ ਸਾਜ਼ਿਸ਼ ਆ, ਜਾਂ ਇਹਨਾਂ ਨੇ ਕਿਸੇ ਦੀ ਨਿਭਾਇਆ, ਕਿਉਂਕਿ ਇਹਨੂੰ ਨਾ ਜੇ ਅਚੀਵ ਕਰਨਾ ਚਾਹੁੰਦੇ ਸੀ ਰਿਲੀਜੀਅਸ ਪ੍ਰੋਸੀਕਿਊਸ਼ਨ ਨੂੰ ਨੰਬਰ 1 ਤੇ ਰੱਖ ਲੈਂਦੇ, ਵੀ ਜੇ ਉਹਨਾਂ ਦੀ ਰਿਲੀਜੀਅਸ ਪ੍ਰੋਸੀਕਿਊਸ਼ਨ ਕੰਟਰੀ 'ਚ ਨਹੀਂ ਹੁੰਦੀ ਤਾਂ ਨਾ ਹੁੰਦੀ ਜੀ। ਪਰ ਇਹਦੇ ਵਿੱਚ ਇੱਕ ਬੜੀ ਡੂੰਘੀ ਸਾਜ਼ਿਸ਼ ਆ ਜਿਹੜੀ ਹਲੇ ਬਾਅਦ ਵਿੱਚ ਸ਼ਾਇਦ ਬਾਹਰ ਆਵੇ, ਜਿਵੇਂ ਕਿ ਹੁਣ ਆਹ ਪਾਕਿਸਤਾਨ ਵਿੱਚ ਸਿੱਖਾਂ ਦਾ ਚੱਲ ਰਿਹਾ ਸੀ ਆਪਸ ਵਿੱਚ ਤਾਲਮੇਲ ਏਦਾਂ ਵੀ ਇਹ ਹੁਣ ਜਦੋਂ ਆਪਾਂ ਇਹਨਾਂ ਨੇ ਸਰੇਆਮ ਬਿੱਲ ਵਿੱਚ ਕਿਹਾ ਵੀ ਇਹ ਸਿੱਖ ਉੱਥੋਂ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਲਵਾਂਗੇ, ਜਿਹੜੇ ਉੱਥੇ ਬੰਦੇ ਰਹਿ ਗਏ। ਜਿਵੇਂ ਅਫਗਾਨਿਸਤਾਨ ਵਿੱਚ 5 ਲੱਖ ਸਿੱਖ ਰਹਿੰਦਾ ਸੀ ਤੇ ਮੈਜਿਕ ਪ੍ਰੋਗਰਾਮ ਦੇਖਦਾ ਸੀ, ਹੁਣ ਉੱਥੇ ਮੇਰਾ ਖਿਆਲ ਮਸਾਂ 5-7 ਹਜ਼ਾਰ ਰਹਿ ਗਿਆ ਜੀ 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 ਜੀ। ਜਿਹੜੇ ਲੋਕ ਉੱਥੇ ਰਹੇ ਆ ਉਹਨਾਂ ਜਿਹੜੇ ਲੋਕਲ ਲੋਕ ਆ ਉਹਨਾਂ ਨੂੰ ਇੰਨਾ ਤੰਗ ਕਰ ਰਹੇ ਆ ਜੀ ਜੀ ਵੀ ਸੁਣ ਉਹ ਕਹਿਣਗੇ ਵੀ ਤੁਹਾਨੂੰ ਤਾਂ ਇੰਡੀਆ ਵਾਲੇ ਲੈਂਦੇ ਜਾਂਦੇ ਕਿਉਂ ਨਹੀਂ, ਤੁਸੀਂ ਇੱਥੇ ਬੈਠੇ ਕਿਉਂ? ਠੀਕ ਹੈ ਜੀ, ਠੀਕ ਹੈ ਜੀ, ਸੋਰਸ ਕੋਈ ਨਹੀਂ ਹੈਗਾ ਜੀ। ਗਿੱਲ ਜੀ ਮਿਹਰਬਾਨੀ, ਤੁਹਾਡੀ ਮਿਹਰਬਾਨੀ। ਮੇਰੇ ਨਾਲ ਹੋਰ ਵੀ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਰਸ਼ਨ ਬੋਲਦਾ ਜੀ ਲਾਸ ਐਂਜਲਸ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ, ਠੀਕ ਹੋ? ਬਿਲਕੁਲ ਠੀਕ ਹੈ ਜੀ। ਪਰ ਜਿਹੜਾ ਕੰਮ ਅੱਜ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਹੈ ਆਰਐਸਐਸ ਤੇ ਬੀਜੇਪੀ ਕਰ ਰਹੀ ਹੈ ਜੀ, ਇਹ ਖੁਦ ਕਹਿੰਦੇ ਆ ਵੀ 800 ਸਾਲਾਂ
ਸਾਲਾਂ ਬਾਅਦ ਸਾਡਾ ਹਿੰਦੂਆਂ ਦਾ ਹੱਥ ਉੱਤੇ ਹੋਇਆ ਹੈ। ਜੀ ਅਸੀਂ ਹੁਣ ਕ੍ਰਸ਼ ਕਰ ਦੇਣਾ ਸਭ ਨੂੰ। ਜੀ ਜੀ ਇਹਨਾਂ ਦੀ ਪੋਜੀਸ਼ਨ ਇਹ ਹੈ ਜੀ ਕਿ ਅੱਜ ਚਾਹੇ ਹੋਰ ਕਮਿਊਨਿਟੀਆਂ ਨੂੰ ਸੱਟ ਪਈ ਹੈ, ਚਾਹੇ ਮੁਸਲਮਾਨਾਂ ਨੂੰ ਪਈ ਹੈ, ਚਾਹੇ ਕਿਸੇ ਹੋਰ ਨੂੰ ਪਈ ਹੈ, ਕੱਲ ਨੂੰ ਸਾਨੂੰ ਸਿੱਖਾਂ ਦਾ ਇਹਨਾਂ ਨੇ ਸੱਤਿਆਨਾਸ਼ ਕਰਨਾ, ਸਾਡੇ ਗੁਰਦੁਆਰੇ ਵੀ ਢਾਏ ਆ। ਜੀ ਦਰਸ਼ਨ ਸਿੰਘ ਜੀ 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 ਮੈਂ ਸੁਣ ਲਿਆ ਤੁਹਾਡਾ ਸਵਾਲ। ਡੀ ਕਾਰਲੇਕਰ ਜੀ, ਮੈਂ ਤੁਹਾਡੇ ਸਪਸ਼ਟੀਕਰਨ ਚਾਹਾਂਗਾ, ਮੇਰੇ ਕੋਲ ਸਮਾਂ ਘੱਟ ਹੈਗਾ। आप फिर से क्वेश्चन को दोहराइएगा प्लीज। ਜੀ ਕੁਐਸਚਨ ਜਿਹੜੇ ਸੀਗੇ, ਪਹਿਲਾਂ ਤਾਂ ਇਹ ਜਿਹੜੇ ਸਾਡੇ ਕਾਲਰ ਸੀਗੇ ਉਹਨਾਂ ਨੇ ਕਿਹਾ ਕਿ ਵਾਕਈ ਹੀ ਉੱਥੇ ਸਿੱਖਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ, ਔਰ ਜਿਹੜਾ ਤੁਹਾਡਾ ਹਿੰਦੂ ਏਜੰਡਾ ਸੀਗਾ ਉਹਨੂੰ ਜਿਹੜਾ ਉਹ ਆਈਡੀਓਲੋਜੀ ਜਿਹੜੀ ਸੀਗੀ ਉਹ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਹੈ। ਔਰ ਜਿਹੜਾ ਗੁਜਰਾਤ ਦੇ ਵਿੱਚ ਹੋਇਆ ਉਹ ਵੀ ਨਰਿੰਦਰ ਮੋਦੀ ਹੋਰਾਂ ਨੇ ਮੁਸਲਿਮ ਭਾਈਚਾਰੇ ਦੇ ਖਿਲਾਫ ਗੱਲ ਕੀਤੀ ਸੀਗੀ। ਸੋ ਕਹਿਣ ਦਾ ਭਾਵ ਹੈ ਕਿ ਜਿਹੜੀ ਸਾਡੀ ਕਮਿਊਨਿਟੀ ਹੈਗੀ ਹੈ, ਜਿਹੜੀ ਅਮਰੀਕਾ ਦੇ ਵਿੱਚ ਵਸਦੀ ਹੈ, ਜਿਹੜੇ ਸਾਡੇ ਦਰਸ਼ਕ ਨੇ, ਉਹ ਬਿਲਕੁਲ ਵੀ ਇਸ ਬਿੱਲ ਤੋਂ ਦੇ ਨਾਲ ਸੰਬੰਧ ਨਹੀਂ ਰੱਖਦੇ। ਉਹ ਸਮਝਦੇ ਹਨ ਕਿ ਇਹ ਬਿੱਲ ਜਿਹੜਾ ਹੈਗਾ ਉਹ ਆਪਸ ਦੇ ਵਿੱਚ ਵੰਡ ਰਿਹਾ ਹੈਗਾ ਲੋਕਾਂ ਨੂੰ। ਜੀ जी काला चश्मा पहनोगे पूरी दुनिया काली दिखेगी। जी सर्वे भवन्तु सुखिनः सर्वे सन्तु निरामयाः सर्वे भद्राणि पश्यन्तु मां कश्चित् दुःख भावते। सभी सुखी हो, सभी रोग मुक्त हो, सबका मंगल हो और किसी को दुख ना झेलना पड़े। ये हमारी ਦੁੱਖ ਤਾਂ ਸ਼ਰੇਆਮ ਲੋਕਾਂ ਨੂੰ ਝੇਲਣਾ ਪੈ ਰਿਹਾ। ਕਾਰਲੇਕਰ ਜੀ ਕਿਹੜੀ ਗੱਲ ਕਰਤੀ ਤੁਸੀਂ? ਸ਼ਰੇਆਮ ਲੋਕਾਂ ਨੂੰ ਜਿਹੜਾ ਦੁੱਖ ਹੈਗਾ ਝੇਲਣਾ ਪੈ ਰਿਹਾ। ਜੁਨੇਦ ਕਾਜ਼ੀ ਦੀ ਤੁਸੀਂ ਆਪਣੇ ਕੀ ਪ੍ਰਤੀਕਰਮ ਰੱਖਣਾ ਚਾਹੋਗੇ ਜਾਂਦੇ ਜਾਂਦੇ? सर मेरा ये है कि ये इसके ऊपर भारत सरकार को तुरंत और राइट अवे इसके ऊपर रोल बैक करना चाहिए। इसके ऊपर सोचना चाहिए। देश की एक अखंडता का सवाल है, देश की इंटीग्रिटी का सवाल है। भारत सरकार तुरंत इस पे रोल बैक करे, इसके ऊपर रीथिंक करे, इस अमेंडमेंट को में वापस अमेंडमेंट लेके आए और ये बोला जाए कि एनआरसी जो है सिर्फ असम के लिए, जो घुसपैठिए हैं उनके लिए है। और ਕਾਰਲੇਕਰ ਜੀ ਮੈਨੂੰ ਲੱਗਦਾ ਜਿਹੜਾ ਚਸ਼ਮਾ ਕਾਲਾ ਸੀਗਾ ਹੁਣ ਉਹ ਬਿਲਕੁਲ ਸਾਫ਼ ਹੋ ਗਿਆ, ਲੋਕਾਂ ਨੂੰ ਹੁਣ ਦਿਸਣਾ ਸ਼ੁਰੂ ਹੋ ਗਿਆ। ਦੇ ਕੈਨ ਸੀ what the things are happening in India। So this is very important। भारत सरकार को कभी कभी क्या होता है कि गलतियां होती हैं, हर चीज से गलतियां होती हैं। जब देश की हालात ऐसे हों जहाँ पे आप फाइनेंशियली एक टूटने के कगार के ऊपर हो, उस तरह तब इस तरह के लॉ नहीं बनाए जाते। जब आप सब सुखी है, सारी चीजें ठीक है, तब आपने लॉ बना दिए कि कंट्री के अंदर पैसा भी है, ठीक है, आप एनआरसी भी लेके आ जाओ। लेकिन ठीक है जुनेद जी, के हालात ये है ਅਸੀਂ ਇਸ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਅੱਗੇ ਵੀ ਜਾਰੀ ਰੱਖਾਂਗੇ। ਅਸੀਂ ਲੈ ਕੇ ਜ਼ਰੂਰ ਆਵਾਂਗੇ ਹੋਰ ਜਿਹੜੇ ਤੱਥ ਸਾਡੇ ਸਾਹਮਣੇ ਆਉਣਗੇ, ਕਿਉਂਕਿ ਇਹ ਗੱਲ ਜ਼ਰੂਰੀ ਬਣ ਜਾਂਦੀ ਹੈ ਕਿ ਜਦ ਸਾਨੂੰ ਭਵਿੱਖ ਜਿਹੜਾ ਹੈਗਾ, ਜਦ ਭਾਰਤ ਦੇ ਵਿੱਚ ਅਸੀਂ ਸੋਚਦੇ ਹਾਂ ਕਿ ਸਾਨੂੰ ਵਧੀਆ ਕਰਨ ਦੀ ਲੋੜ ਹੈਗੀ, ਔਰ ਖਾਸ ਤੌਰ ਦੇ ਉੱਤੇ ਹੁਣ ਇਹਦੀ ਜਿਹੜੀ ਸੇਕ ਹੈਗੀ ਉਹ ਪੰਜਾਬ ਦੇ ਵੱਲ ਵੀ ਜਾ ਰਹੀ ਹੈ, ਤਾਂ ਕਹਿਣ ਦਾ ਭਾਵ ਹੈ ਕਿ ਵਾਕਈ ਹੀ ਜਿਹੜੇ ਟੀਵੀ ਸਟੇਸ਼ਨ ਮੌਜੂਦ ਨੇ ਇੰਡੀਆ ਦੇ ਵਿੱਚ ਉਹ ਆਪਣੀ ਅਗਰ ਜ਼ਿੰਮੇਵਾਰੀ ਵਿਖਾਉਂਦੇ ਤਾਂ ਤਸਵੀਰਾਂ ਸਾਹਮਣੇ ਆਉਂਦੀਆਂ ਕਿ ਆਖਿਰਕਾਰ ਹੋ ਕੀ ਰਿਹਾ। ਲੇਕਿਨ ਜਸ ਪੰਜਾਬੀ ਅੱਜ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਇਸ ਮੁੱਦੇ ਨੂੰ ਇਸ ਮੰਚ ਦੇ ਉੱਤੇ ਲੈ ਕੇ ਆਇਆ। ਜਿਵੇਂ ਸਾਨੂੰ ਦਰਸ਼ਕ ਦੱਸ ਵੀ ਰਹੇ ਸੀਗੇ ਕਿ ਆਰਐਸਐਸ ਦੇ ਬੰਦਿਆਂ ਨੂੰ ਜਾਂ ਫਿਰ ਬੀਜੇਪੀ ਦੇ ਬੰਦਿਆਂ ਨੂੰ ਲਿਆਉਣ ਦੀ ਲੋੜ ਨਹੀਂ ਹੈਗੀ, ਲੋੜ ਜ਼ਰੂਰ ਹੈਗੀ ਹੈ। ਜਦ ਸਾਨੂੰ ਦਿਸ ਰਿਹਾ ਕਿ ਵਾਕਈ ਹੀ ਇਹਨਾਂ ਦੇ ਵੱਲੋਂ ਇਹ ਕੀਤਾ ਜਾ ਰਿਹਾ ਤੇ ਉਹਨਾਂ ਤੋਂ ਜਵਾਬਦੇਹੀ ਮੰਗਣੀ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਮੈਂ ਉਹਨਾਂ ਕਾਲਰਾਂ ਤੋਂ ਮਾਫੀ ਮੰਗਣਾ ਚਾਹੁੰਦਾ ਜਿਨ੍ਹਾਂ ਦੀ ਮੈਂ ਕਾਲ ਨਹੀਂ ਚੱਕ ਸਕਿਆ। ਵਧੇਰੀ ਜਾਣਕਾਰੀ ਜਾਂ ਫਿਰ ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰਨ ਦੇ ਲਈ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com। ਬਹੁਤ ਬਹੁਤ ਧੰਨਵਾਦ ਡੀ ਕਾਰਲੇਕਰ ਜੀ, ਬਹੁਤ ਬਹੁਤ ਧੰਨਵਾਦ ਜੁਨੇਦ ਕਾਜ਼ੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ ਮੰਚ ਦੇ ਉੱਤੇ ਜੁੜਨ ਦੇ ਲਈ। ਇਸ ਮਸਲੇ ਨੂੰ ਅਸੀਂ ਜ਼ਰੂਰ ਅੱਗੇ ਵੀ ਲੈ ਕੇ ਆਵਾਂਗੇ ਕਿਉਂਕਿ ਇਹ ਮੁੱਦਾ ਨਹੀਂ ਹੈ, ਇਹੀ ਤਾਂ ਹੈ ਅੱਜ ਦਾ ਇਹ ਪ੍ਰੋਗਰਾਮ ਔਰ ਇਹੀ ਹੈ ਅੱਜ ਦਾ ਮੁੱਦਾ। ਮਿਹਰਬਾਨੀ, ਸਤਿ ਸ੍ਰੀ ਅਕਾਲ।